ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫੇਰ ਤੋਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਤੁਹਾਡਾ। ਮੈਨੂੰ ਲੱਗਦਾ ਹੈ ਕਿ ਅੱਜ ਜਿਹੜਾ ਹੈ ਮੈਂ ਆਖਰੀ ਵਾਰ ਤੁਹਾਨੂੰ ਮਿਲ ਰਹੀ ਹਾਂ ਇਸ ਸ਼ੋ ਦੇ ਵਿੱਚ, ਕਿਉਂਕਿ ਬੈਨੀਪਾਲ ਸਾਹਿਬ ਜਿਹੜੇ ਨੇ ਉਹ ਕਿਸੇ ਵੀ ਵਕਤ ਕੈਨੇਡਾ ਪਹੁੰਚ ਜਾਣਗੇ ਤੇ ਫਿਰ ਹੁਣ ਜਿਹੜਾ ਨੈਕਸਟ ਸ਼ੋ ਹੈ ਸ਼ਾਇਦ ਉਹੀ ਕਰਨਗੇ। ਮਤਲਬ ਮੈਨੂੰ 99% ਇਹੀ ਚਾਂਸਸ ਨੇ ਕਿ ਉਹੀ ਕਰਨਗੇ, ਬਾਕੀ 1% ਕੋਈ ਇਨਸਾਨ ਦੇ ਰੁਝੇਵੇਂ ਹੁੰਦੇ ਨੇ ਜਾਂ ਫਿਰ ਕੁਝ ਹੋਰ ਤੇ ਤਾਂ ਮੈਂ ਕਰ ਸਕਦੀ ਹਾਂ। ਪਰ ਮੈਨੂੰ ਮਤਲਬ ਇੰਨਾ ਹੈਗਾ ਕਿ ਹੁਣ ਜਦੋਂ ਪਹੁੰਚ ਜਾਣਗੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੀ ਹੋਣਾ ਕਿ ਮੈਂ ਆਪਣੇ ਦਰਸ਼ਕਾਂ ਕੋਲ ਪਹੁੰਚਾਂ, ਕਿਉਂਕਿ ਦਰਸ਼ਕਾਂ ਦੀ ਘਾਟ ਜਿਹੜੀ ਆ ਕੋਈ ਵੀ ਪੂਰੀ ਨਹੀਂ ਕਰ ਸਕਦਾ ਹੈਗਾ, ਕਿਉਂਕਿ ਉਹਨਾਂ ਦਾ ਰਾਬਤਾ ਜਿਹੜਾ ਤੁਹਾਡੇ ਨਾਲ ਪੁਰਾਣਾ ਬਣਿਆ ਹੋਇਆ, ਜਿਸ ਤਰ੍ਹਾਂ ਦੇ ਨਾਲ ਉਹ ਤੁਹਾਡੇ ਵਿੱਚ ਵਿਚਾਲੇ ਵਿਚਰਦੇ ਨੇ, ਜਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਆਪਣਾ ਇੱਕ ਸਟਾਈਲ ਹੈ, ਜਿਸ ਤਰ੍ਹਾਂ ਦੇ ਨਾਲ ਉਹ ਖੁਦ ਜਦੋਂ ਸ਼ੋਅ ਪ੍ਰੈਜ਼ੈਂਟ ਕਰਦੇ ਨੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸ਼ੋਅ ਦੀ ਤਾਸੀਰ ਪਤਾ ਆ। ਉਹਨਾਂ ਨੂੰ ਪਤਾ ਆ ਕਿ ਵੀ ਕਿਸ ਤਰ੍ਹਾਂ ਦੇ ਨਾਲ ਇੱਕ ਬੱਚਾ ਜਦੋਂ ਨਿੱਕਾ ਹੁੰਦਾ, ਜਦੋਂ ਸ਼ੁਰੂ ਹੁੰਦਾ ਨਾ ਸ਼ੋਅ, ਉਹ ਨਿੱਕੇ ਬੱਚਿਆਂ ਵਾਂਗ ਹੁੰਦਾ ਤੇ ਜਦੋਂ ਉਹ ਨਿੱਕਾ ਬੱਚਾ ਵੱਡਾ ਹੁੰਦਾ ਜਾਂਦਾ, ਹੋਰ ਵੱਡਾ ਹੁੰਦਾ ਜਾਂਦਾ ਤੇ ਫਿਰ ਆਪਣੇ ਮਨ ਨੂੰ ਖੁਸ਼ੀ ਮਿਲਦੀ ਹੈਗੀ ਹੈ, ਕਿਉਂਕਿ ਤੁਸੀਂ ਓਨਾ ਹੀ ਪਾਣੀ ਦੇ ਰਹੇ ਹੋ, ਉਨੀ ਖਾਦ ਦੇ ਰਹੇ ਹੋ ਤੇ ਪਿਆਰ, ਸਤਿਕਾਰ, ਇਨਫੋਰਮੇਸ਼ਨ, ਸੱਚ, ਇਹ ਸਾਰੇ ਇੰਗਰੀਡੀਐਂਟਸ ਵਿੱਚ ਹੈਗੇ ਨੇ। ਇਹੀ ਪਿਆਰ ਤੇ ਖਾਦ ਹੈਗਾ। ਸੋ ਜਦੋਂ ਇੰਨਾ ਵੱਡਾ ਸ਼ੋਅ ਕੀਤਾ ਹੋਵੇ ਤੇ ਆਪਣੇ ਬੱਚੇ ਨੂੰ ਕਿਸੇ ਹੋਰ ਕੋਲ ਛੱਡ ਕੇ ਜਾਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ। ਹਾਲਾਂਕਿ ਉਹ ਵਿਸ਼ਵਾਸ ਕਰਦੇ ਨੇ ਆਪਣੇ ਬੱਚੇ ਕੋਲ, ਉਹਨੂੰ ਹੀ ਛੱਡ ਕੇ ਜਾਂਦੇ ਨੇ ਜਿਹੜੇ ਕਿ ਉਸਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖ ਸਕਣ, ਆਪਦੇ ਬੱਚਿਆਂ ਵਾਂਗ ਹੀ ਧਿਆਨ ਰੱਖ ਸਕਣ। ਪਰ ਫਿਰ ਵੀ ਇਹ ਹੁੰਦਾ, ਇੱਕ ਮਨ ਦੇ ਅੰਦਰ ਹੁੰਦਾ ਨਾ, ਇੱਕ ਤੁਕ ਜਿਹੀ ਲੱਗੀ ਰਹਿੰਦੀ ਹੈ ਕਿ ਨਹੀਂ, ਛੇਤੀ ਮੈਂ ਵਾਪਸ ਪਹੁੰਚਣਾ। ਸੋ ਛੇਤੀ ਵਾਲਾ ਵਕਤ ਆ ਗਿਆ। ਸੋ ਹੁਣ ਤੋਂ ਬੈਨੀਪਾਲ ਸਾਹਿਬ ਹੀ ਤੁਹਾਡੇ ਨਾਲ ਮਿਲਣਗੇ ਤੇ ਗੱਲਬਾਤ ਕਰਿਆ ਕਰਨਗੇ। ਅੱਜ ਦੀਆਂ ਕਿਹੜੀਆਂ ਖਾਸ ਖਬਰਾਂ ਨੇ, ਉਹਨਾਂ ਖਬਰਾਂ ਤੇ ਜ਼ਰੂਰ ਝਾਤ ਮਾਰ ਲੈਂਦੇ ਹਾਂ, ਕਿਉਂਕਿ ਵਕਤ ਜਿਹੜਾ ਹੈ ਹੈਡਲਾਈਨਸ ਤੇ ਆਪਾਂ ਬਹੁਤ ਜ਼ਿਆਦਾ ਲਾਉਂਦੇ ਹੈਗੇ ਆ। ਮੈਨੂੰ ਇਹ ਗੱਲ ਕਹਿੰਦੇ ਵੀ ਤੁਸੀਂ ਹੈਡਲਾਈਨ ਇੱਕ ਲਾਈਨ ਜਿਹੜੀ ਆ ਬੋਲਿਆ ਕਰੋ, ਕਿਉਂਕਿ ਬਾਕੀ ਖਬਰਾਂ ਦੇ ਵਿੱਚ ਹੁੰਦੀਆਂ ਹੀ ਆ। ਸੋ ਕੋਸ਼ਿਸ਼ ਇਹ ਰਹਿੰਦੀ ਹੈਗੀ ਆ ਕਿ ਕਿਉਂਕਿ ਆਪਣਾ ਆਪਣਾ ਤਰੀਕਾ ਹੁੰਦਾ ਨਾ ਖਬਰਾਂ ਦੇਣ ਦਾ, ਮੈਨੂੰ ਇਹ ਹੁੰਦਾ ਕਿ ਕੋਈ ਗੱਲ ਰਹਿ ਨਾ ਜਾਏ। ਸੋ ਮੈਂ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ। ਗਲੇ ਗੁਲੇ ਸਾਰਿਆਂ ਦੇ ਖਰਾਬ ਇੱਥੇ ਚੱਲ ਰਹੇ ਹੈਗੇ ਆ। ਸੋ ਐਨੀਵੇਜ਼ ਆਪਾਂ ਸ਼ੁਰੂ ਕਰਦੇ ਹਾਂ ਕਿ ਅੱਜ ਦਾ ਕੀ ਲੈਣਾ ਹੈਗਾ ਆਪਾਂ। ਫਿਰੋਜ਼ਪੁਰ ਦੇ ਵਿੱਚ ਜੀ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਅੱਜ ਮੁੱਠਭੇੜ ਹੋਈ ਆ ਤੇ ਇਹ ਜਿਹੜੀ ਮੁੱਠਭੇੜ ਹੋਈ ਆ, ਇਸ ਦੇ ਵਿੱਚ ਕੀ ਕੁਝ ਹੋਇਆ, ਉਸ ਤੋਂ ਬਾਅਦ ਹਸ਼ਰ ਕੀ ਹੋਇਆ, ਫੜੇ ਗਏ ਨਹੀਂ ਫੜੇ ਗਏ, ਇਸ ਬਾਬਤ ਅਸੀਂ ਗੱਲਬਾਤ ਜਿਹੜੀ ਕਰਾਂਗੇ। ਫਿਰ ਉਸ ਤੋਂ ਬਾਅਦ ਮਾਨ ਸਰਕਾਰ ਨੇ ਲੋਹੜੀ ਮੌਕੇ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਉਹ ਵੱਡਾ ਤੋਹਫਾ ਕੀ ਕਹਿੰਦਾ ਹੈ, ਉਹ ਸਾਡੇ ਕੰਮ ਦਾ ਹੈ ਜਾਂ ਨਹੀਂ ਹੈ, ਇਸ ਤੇ ਗੱਲਬਾਤ ਜ਼ਰੂਰ ਕਰਾਂਗੇ। ਫਿਰ ਉਸ ਤੋਂ ਬਾਅਦ ਜਿਹੜੀ ਤੀਜੀ ਖਬਰ ਦਾ ਰੁਖ ਕਰਨਾ ਹੈਗਾ, ਉਹ ਹੈਗਾ, ਤੁਹਾਨੂੰ ਕੱਲ ਇੱਕ ਖਬਰ ਦੱਸੀ ਸੀ ਜਿਸ ਦੇ ਵਿੱਚ ਰਾਜਾ ਵੜਿੰਗ ਨੂੰ ਧੱਕੇ ਪਏ ਸੀ, ਜਿਹੜੇ ਉਹ ਸਿਕਿਉਰਿਟੀ ਵਾਲੇ ਭਾਰਤ ਜੋੜੋ ਯਾਤਰਾ ਦੇ ਵਿੱਚ, ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਰਾਜਾ ਵੜਿੰਗ ਨੂੰ ਧੱਕੇ ਮਾਰੇ ਸੀ ਤੇ ਰਾਹੁਲ ਗਾਂਧੀ ਨੇ ਧਿਆਨ ਵੀ ਨਹੀਂ ਸੀ ਦਿੱਤਾ। ਪਤਾ ਵੀ ਨਹੀਂ ਲੱਗਿਆ ਰਾਹੁਲ ਗਾਂਧੀ ਨੂੰ ਕਿ ਹੋਇਆ ਜਾਂ ਨਹੀਂ ਹੋਇਆ, ਜਾਂ ਵੇਖ ਕੇ ਇਗਨੋਰ ਕੀਤਾ, ਅਸੀਂ ਨਹੀਂ ਜਾਣਦੇ। ਉਸ ਦਾ ਸੱਚ ਹੁਣ ਰਾਜਾ ਵੜਿੰਗ ਨੇ ਆਪ ਦੱਸਿਆ ਕਿ ਗੱਲ ਅਸਲ 'ਚ ਸੀ ਕੀ, ਉਸ ਬਾਰੇ ਅਸੀਂ ਤੁਹਾਨੂੰ ਦੱਸਣਾ ਹੈਗਾ ਜੀ। ਸੋ ਤੁਹਾਨੂੰ ਮਾਫੀ ਚਾਹਾਂਗੀ, ਤੁਹਾਨੂੰ ਇੱਕ ਕੇਸ ਜਿਹੜਾ ਹੈ ਉਹ ਦੱਸਿਆ ਸੀਗਾ, ਜਿਹੜੀ 15 ਕਿਲੋਮੀਟਰ ਤੱਕ ਕਾਰ ਦੇ ਥੱਲੇ ਇੱਕ ਕੁੜੀ ਘਸੀਟੀ ਜਾਂਦੀ ਰਹੀ ਸੀ। ਕਿਸ ਤਰ੍ਹਾਂ ਦੇ ਨਾਲ ਉਸਨੂੰ ਉਹ ਘਸੀਟਦੇ ਰਹੇ ਸੀ, 15 ਕਿਲੋਮੀਟਰ ਦੇ ਤੱਕ ਉਸਨੂੰ ਘਸੀਟਦੇ ਰਹੇ ਸੀ ਤੇ ਉਸਦੀ ਬੋਡੀ ਤੇ ਕੋਈ ਵੀ ਕੱਪੜਾ ਨਹੀਂ ਸੀ ਬਚਿਆ, ਉਸਦੀ ਹੱਡੀ ਕੋਈ ਨਹੀਂ ਸੀ ਬਚੀ, ਉਸਦਾ ਸਰੀਰ ਜਿਹੜਾ ਸੀ ਉਹ ਚੰਗੀ ਤਰ੍ਹਾਂ ਰਗੜਾ ਖਾ ਕੇ ਖਤਮ ਹੋ ਗਿਆ ਸੀ। ਉਹ ਬਿਲਕੁਲ ਕੁਰੇਦ ਦਿੱਤਾ ਗਿਆ ਸੀ, ਸੜਕ ਵੱਜ ਕੇ ਉਸਦਾ ਬੁਰਾ ਹਾਲ ਹੋ ਗਿਆ ਸੀ ਘਸੀਟੇ ਜਾ ਕੇ। ਹੁਣ ਉਸ ਮਾਮਲੇ ਦੇ ਵਿੱਚ ਖੁਲਾਸਾ ਹੋਇਆ। ਹੁਣ ਇਸ ਨੂੰ ਹਾਦਸਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਨਹੀਂ ਹੈ। ਸੋ ਉਸ ਪਿੱਛੇ ਕੀ ਗੱਲ ਪੂਰੀ ਨਿਕਲ ਕੇ ਸਾਹਮਣੇ ਆਈ, ਕਿਉਂਕਿ ਜਿਹੜੇ ਸ਼ੋਅ ਦੇਖਦੇ ਨੇ ਉਹ ਇਹ ਖਬਰ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਬਹੁਤ ਹੀ ਕੌਮੀ ਲੈਵਲ ਤੇ ਕੌਮਾਂਤਰੀ ਲੈਵਲ ਤੇ ਇਸ ਖਬਰ ਨੇ ਬਹੁਤ ਜ਼ਿਆਦਾ ਦਿਲ ਤੋੜੇ ਨੇ। ਅਸੀਂ ਇਹ ਕਹਿ ਦਈਏ ਕਿ ਕਹਿੰਦੇ ਆ ਨਾ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ, ਤੇ ਜਦੋਂ ਅਜਿਹਾ ਕੁਝ ਹੋ ਜਾਂਦਾ ਹੈ ਤਾਂ ਫਿਰ ਉਹ ਗੱਲ ਜਿਹੜੀ ਆ ਉਹ ਹਾਈਲਾਈਟ ਬਣ ਜਾਂਦੀ ਹੈ। ਸੋ ਇਸ ਬਾਰੇ ਅਸੀਂ ਤੁਹਾਨੂੰ ਦੱਸਣਾ ਹੈਗਾ ਜੀ। ਉਸ ਤੋਂ ਬਾਅਦ ਬੜਾ ਚੱਕਰ ਹੈ ਜੀ, ਬਹੁਤ ਚੱਕਰ ਆ। ਬਹੁਤ ਸਾਰੇ ਐਂਕਰਸ ਅਜਿਹੇ ਨੇ, ਬਹੁਤ ਸਾਰੇ ਮੀਡੀਆ ਦੇ ਵਿੱਚ ਜਿਹੜੇ ਕਿ ਨਫ਼ਰਤ ਫੈਲਾਉਂਦੇ ਨੇ, ਜਿਹੜੇ ਕਿ ਉੱਚੀ ਉੱਚੀ ਆਵਾਜ਼ 'ਚ ਗੱਲ ਕਰਦੇ ਨੇ, ਜਿਨ੍ਹਾਂ ਦੀ ਆਵਾਜ਼ ਦੇ ਅੰਦਰ ਕਿਸੇ ਹੋਰ ਪਾਰਟੀ ਦੀ ਬਦਬੂ ਆ ਰਹੀ ਹੁੰਦੀ ਹੈ। ਮੈਂ ਬਦਬੂ ਤਾਂ ਕਰਕੇ ਕਹਿ ਰਹੀ ਹਾਂ, ਬੋ ਤਾਂ ਕਰਕੇ ਕਹਿ ਰਹੀ ਹਾਂ, ਖੁਸ਼ਬੂ ਤਾਂ ਕਰਕੇ ਨਹੀਂ ਕਹਿ ਰਹੀ, ਕਿਉਂਕਿ ਖੁਸ਼ਬੂ ਜੇ ਹੋਏਗੀ ਤੇ ਉਹ ਨਿਊਟਰਲ ਹੋਏਗੀ। ਜਦੋਂ ਕਿਸੇ ਪਾਰਟੀ ਦੀ ਹੋਏਗੀ, ਕਿਸੇ ਵੀ ਪਾਰਟੀ ਦੀ, ਜਦੋਂ ਤੁਸੀਂ ਪੱਖਪਾਤ ਕਰੋਗੇ, ਨਿਊਟਰਲ ਨਹੀਂ ਹੋਗੇ, ਤਾਂ ਉਹ ਬਦਬੂ ਹੀ ਹੋਏਗੀ। ਉਹ ਬੋ ਜਿਨ੍ਹਾਂ ਦੀ ਗੱਲ 'ਚੋਂ ਨਫ਼ਰਤ ਦੀ ਬੋ ਆਉਂਦੀ ਹੈਗੀ ਆ,
ਉਹਨਾਂ ਤੇ ਸੁਪਰੀਮ ਕੋਰਟ ਸਖਤ ਹੋਇਆ। ਸੁਪਰੀਮ ਕੋਰਟ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਇਹਨਾਂ ਬੰਦਿਆਂ ਨੂੰ ਆਫਰ ਕਰੋ, ਇਹ ਬੰਦੇ ਚਾਹੀਦੇ ਨਹੀਂ ਹੈਗੇ। ਸੋ ਇਸ ਬਾਰੇ ਵੀ ਪੂਰੀ ਦੀ ਪੂਰੀ ਤਫਸੀਲ ਤੁਹਾਨੂੰ ਦੱਸਾਂਗੀ। ਗੱਲ ਜਿਹੜੀ ਹੈ ਉਹ ਹੈ ਕਿ ਮਾਫੀ ਚਾਹਾਂਗੀ ਕਿ ਉਹ ਲੋਹੜੀ ਦਾ ਵਕਤ, ਅੱਛਾ ਲੋਹੜੀ ਦੀਆਂ ਵਧਾਈਆਂ ਤੇ ਮੈਂ ਦਿੱਤੀਆਂ ਹੀ ਨਹੀਂ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੋਹੜੀ ਦੀਆਂ, ਪਹਿਲਾਂ ਦੇਣੀਆਂ ਚਾਹੀਦੀਆਂ ਸੀਗੀਆਂ, ਪਰ ਇੱਕਦਮ ਜਿਵੇਂ ਕਹਿੰਦੇ ਆ ਨਾ ਵੀ ਅੱਜ ਲੇਟ ਵੀ ਹੋ ਗਿਆ ਥੋੜਾ ਜਿਹਾ। ਮੈਨੂੰ ਇਦਾਂ ਸ਼ੋਅ ਰਿਕਾਰਡ ਕਰਦਿਆਂ ਹੋਇਆ ਮੂੰਗਫਲੀ ਰੋੜੀਆਂ ਖਾ ਖਾ ਕੇ ਗਲਾ ਜਿਹੜਾ ਆ ਉਹ ਬਿਲਕੁਲ ਡੱਬ ਡੱਬ ਕਰੀ ਫਿਰਦਾ। ਤੇ ਹੁਣ ਅਗਲੀ ਖਬਰ ਜਿਹੜੀ ਆ ਬੜੀ ਕਮਾਲ ਦੀ ਖਬਰ ਹੈ। ਅਗਲੀ ਜਾਂਦੇ ਜਾਂਦੇ ਬੜੀ ਇੱਕ ਕਮਾਲ ਦੀ ਖਬਰ ਦੇਵਾਂਗੇ। ਇੱਕ ਬੰਦੇ ਨੇ ਨਾ 8ਵੀਂ ਫੇਲ ਨੇ ਘਰ ਹੀ ਪੈਸੇ ਛਾਪਣ ਦੀ ਮਸ਼ੀਨ ਲਾ ਲਈ। ਇਸ ਤੋਂ ਵੱਧ ਨਹੀਂ ਦੱਸਣਾ ਤੁਹਾਨੂੰ, ਉਹ ਸ਼ੋਅ ਦੇ ਵਿੱਚ ਦੱਸਾਂਗੀ ਕਿ ਕਿੱਦਾਂ ਕੀਤਾ ਜੁਗਾੜ ਤੇ ਕੀ ਰਹੀ ਪੂਰੀ ਖਬਰ। ਇਹਨਾਂ ਪੂਰੀਆਂ ਖਬਰਾਂ ਦੇ ਬਾਰੇ ਦੇ ਵਿੱਚ ਅਸੀਂ ਗੱਲ ਕਰਾਂਗੇ। ਸੋ ਸਭ ਤੋਂ ਪਹਿਲੀ ਗੱਲ ਜਿਹੜੀ ਅਸੀਂ ਕਰਦੀ ਆ ਉਹ ਫਿਰੋਜ਼ਪੁਰ ਦੇ ਵਿੱਚ ਜਿਹੜੀ ਮੁੱਠਭੇੜ ਹੋਈ ਆ ਉਸ ਬਾਰੇ ਅਸੀਂ ਗੱਲ ਕਰਨੀ ਆ, ਜਿਹੜੀ ਪੁਲਿਸ ਤੇ ਗੈਂਗਸਟਰਾਂ ਦਰਮਿਆਨ ਹੋਈ ਹੈ। ਇੱਕ ਤੇ ਗੈਂਗਸਟਰ ਦਾ ਨਾਂ ਜਿਹੜਾ ਆ ਨਾ ਬੜਾ ਸੋਹਣਾ ਆ, ਉਹ ਹੈ ਗੁਰਪਿਆਰ ਸਿੰਘ। ਤੇ ਪਰ ਆਪਣੇ ਨਾਂ ਦੇ ਹਿਸਾਬ ਨਾਲ ਇਹ ਬੰਦਾ ਜਮਾਂ ਨਹੀਂ, ਆਪਣੇ ਨਾਂ ਦੇ ਹਿਸਾਬ ਨਾਲ ਇਸਨੇ ਗੱਲ ਜਿਹੜੀ ਕੀਤੀ ਉਹ ਕੀਤੀ ਹੀ ਨਹੀਂ। ਕੀ ਕੀਤਾ ਇਸਨੇ ਇਹ ਅਸੀਂ ਤੁਹਾਨੂੰ ਦੱਸ ਦਿੰਦੇ ਆ ਕਿ ਗੱਲ ਜਿਹੜੀ ਹੈ ਉਹ ਕੀ ਨਿਕਲੀ। ਇਹ ਪਹਿਲੀ ਗੱਲ ਤੇ ਇਹ ਅਰਸ਼ ਡਾਲਾ ਨਾਲ ਲਿੰਕ ਰੱਖਦਾ, ਜਿਹੜਾ ਵੱਡਾ ਗੈਂਗਸਟਰ ਮੋਸਟ ਵਾਂਟਡ ਗੈਂਗਸਟਰ ਅਰਸ਼ ਡਾਲਾ ਹੈਗਾ, ਉਸ ਨਾਲ ਲਿੰਕ ਰੱਖਦਾ ਦੱਸਿਆ ਜਾਂਦਾ ਹੈ। ਸੋ ਫਿਰੋਜ਼ਪੁਰ ਦੇ ਤਲਵੰਡੀ ਵਿੱਚ ਗੈਂਗਸਟਰਾਂ ਤੇ ਪੁਲਿਸ ਦੇ ਵਿੱਚ ਵੱਡੀ ਜਿਹੜੀ ਹੈ ਉਹ ਮੁੱਠਭੇੜ ਹੋਈ ਹੈ। ਕਾਫੀ ਵੱਡੀ ਮੁੱਠਭੇੜ ਸੀਗੀ। ਮੁੱਠਭੇੜ ਵਿੱਚ ਗੈਂਗਸਟਰ ਗੁਰਪਿਆਰ ਸਿੰਘ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਜੀ। ਤੇ ਇਸ ਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਫੜ ਲਿਆ। ਤੇ ਗੁਰਪਿਆਰ ਸਿੰਘ ਹਾਲ ਹੀ ਵਿੱਚ ਜਿਸਨੂੰ ਕਿ ਹੁਣੇ ਐਲਾਨਿਆ ਗਿਆ, ਅੱਤਵਾਦੀ ਐਲਾਨਿਆ ਗਿਆ, ਅਰਸ਼ ਡਾਲਾ ਉਸ ਦਾ ਸਾਥੀ ਇਹ ਦੱਸਿਆ ਜਾਂਦਾ ਹੈ। ਤੇ ਹੁਣ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਗੈਂਗਸਟਰ ਗੁਰਪਿਆਰ ਸਿੰਘ ਦੀ ਵੀ ਤਲਾਸ਼ ਸੀ। ਸੋ ਪੁਲਿਸ ਦੀ ਤਲਾਸ਼ ਜਿਹੜੀ ਹੈ ਉਹ ਅੱਜ ਪੂਰੀ ਹੋਈ ਹੈ। ਦਰਅਸਲ ਪੰਜਾਬ ਪੁਲਿਸ ਟੀਮਾਂ ਨੇ ਤਲਵੰਡੀ ਦੇ ਵਿੱਚ ਨਾਕਾ ਲਾਇਆ ਹੋਇਆ ਸੀ। ਜਦੋਂ ਇਹਨਾਂ ਦੀ ਗੱਡੀ ਲੰਘੀ ਤਾਂ ਪੁਲਿਸ ਨੂੰ ਸ਼ੱਕ ਹੋਇਆ। ਜਦੋਂ ਸ਼ੱਕ ਹੋਇਆ ਪੁਲਿਸ ਨੇ ਗੱਡੀ ਰੋਕੀ ਤਾਂ ਇਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਫਿਰ ਪੁਲਿਸ ਨੇ ਵੀ ਅੱਗੋਂ ਜਵਾਬੀ ਫਾਇਰ ਕੀਤੇ। ਫਿਰ ਇਧਰੋਂ ਫਾਇਰ, ਫਿਰ ਉਧਰੋਂ ਫਾਇਰ, ਫਿਰ ਇਧਰੋਂ ਫਾਇਰ, ਫਿਰ ਉਧਰੋਂ ਫਾਇਰ, ਤੇ ਫਾਇਰ ਕਰਦਿਆਂ ਕਰਕੇ ਇਸ ਦੌਰਾਨ ਗੁਰਪਿਆਰ ਸਿੰਘ ਨੂੰ, ਗੈਂਗਸਟਰ ਗੁਰਪਿਆਰ ਸਿੰਘ ਨੂੰ ਗੋਲੀ ਲੱਗ ਜਾਂਦੀ ਹੈ। ਉਹ ਜ਼ਖਮੀ ਹੋ ਜਾਂਦਾ ਹੈਗਾ ਤੇ ਪੁਲਿਸ ਵਾਲੇ ਇਸ ਨੂੰ ਚਾਰੋਂ ਪਾਸਿਓਂ ਘੇਰ ਕੇ, ਪੂਰਾ ਫਿਲਮੀ ਸੀਨ ਹੁੰਦਾ, ਪੁਲਿਸ ਵਾਲੇ ਇਸ ਨੂੰ ਚਾਰੋਂ ਪਾਸਿਓਂ ਘੇਰ ਕੇ ਕਾਬੂ ਕਰ ਲੈਂਦੇ ਨੇ। ਸੋ ਪੁਲਿਸ ਦੇ ਮੁਤਾਬਕ ਆਰੋਪੀ ਗੁਰਪਿਆਰ ਸਿੰਘ ਨੇ ਇੱਕ ਰਸੂਖਦਾਰ ਵਿਅਕਤੀ ਤੋਂ ਫਿਰੌਤੀ ਮੰਗੀ ਸੀਗੀ ਤੇ ਆਰੋਪੀ ਡਰੱਗਸ ਤੇ ਹਥਿਆਰਾਂ ਦੀ ਤਸਕਰੀ ਸਣੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਦੇ ਵਿੱਚ ਵੀ ਸ਼ਾਮਲ ਰਿਹਾ ਹੈਗਾ। ਤੇ ਆਰੋਪੀ ਜਿਹੜਾ ਅੱਤਵਾਦੀ ਹੈਗਾ ਅਰਸ਼ ਡਾਲਾ ਦਾ ਸਾਥੀ ਰਿਹਾ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਅਰਸ਼ ਡਾਲਾ ਨੂੰ ਅੱਤਵਾਦੀ ਐਲਾਨਿਆ ਹੈ। ਸੋ ਉਸ ਦਾ ਜਿਹਨੂੰ ਹੁਣੇ ਜਿਸ ਤੇ ਕੇਂਦਰੀ ਮੰਤਰਾਲੇ ਦੀ ਵੀ ਨਜ਼ਰ ਹੋਵੇ, ਜਿਸ ਨੂੰ ਅੱਤਵਾਦੀ ਐਲਾਨਿਆ ਹੋਵੇ, ਉਸ ਦਾ ਸਾਥੀ ਹੋਵੇ ਤੇ ਇਹ ਵੀ ਮਾਮਲਿਆਂ ਦੇ ਵਿੱਚ ਵਾਂਟਡ ਹੋਵੇ। ਸੋ ਅਜਿਹੇ ਵਿੱਚ ਇਹ ਖਬਰ ਜਿਹੜੀ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਖਬਰ ਹੈ। ਤਾਂ ਕਰਕੇ ਪਹਿਲੀ ਖਬਰ ਮੈਂ ਲਈ ਹੈ ਕਿਉਂਕਿ ਇਹ ਬੇहद ਵੱਡੀ ਖਬਰ ਹੈ ਤੇ ਪੁਲਿਸ ਵਾਸਤੇ ਕਾਮਯਾਬੀ ਵੀ ਵੱਡੀ ਹੈ। ਸੋ ਹੁਣ ਅਜੇ ਉਹ ਜ਼ੇਰੇ ਇਲਾਜ ਆ। ਪੇਸ਼ੀ ਦੇ ਲਈ ਇਸ ਨੂੰ ਪੇਸ਼ ਕਰੇਗੀ ਕੋਰਟ ਦੇ ਸਾਹਮਣੇ ਪੁਲਿਸ। ਜਦੋਂ ਪੇਸ਼ ਕਰੇਗੀ ਉਹ ਤਾਂ ਪੇਸ਼ ਕਰੇਗੀ ਜਦੋਂ ਇਸ ਦੀ ਸਿਹਤ ਜਿਹੜੀ ਹੈ ਥੋੜੀ ਬਿਹਤਰ ਹੋਏਗੀ। ਅਜੇ ਉਸ ਦੀ ਸਿਹਤ ਠੀਕ ਨਹੀਂ ਹੈਗੀ ਕਿਉਂਕਿ ਗੋਲੀ ਲੱਗੀ ਆ, ਅਜੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈਗਾ। ਸੋ ਇਸ ਤੋਂ ਬਾਅਦ ਨਾਲ ਦੇ ਨਾਲ ਹੀ ਅਸੀਂ ਦੂਜੀ ਖਬਰ ਦਾ ਵੀ ਰੁਖ ਕਰਨਾ ਹੈਗਾ ਤੇ ਉਹ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਥੋੜੀ ਪੋਜ਼ਿਟਿਵ ਖਬਰ ਕੀ ਕਹਿੰਦੀ ਆ ਕਿ ਪੰਜਾਬ ਵਿੱਚ 6000 ਤੋਂ ਜ਼ਿਆਦਾ ਮੁਲਾਜ਼ਮ ਪੱਕੇ ਹੋਣਗੇ। ਇਹ ਸੀਐਮ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਆ ਕਿ ਪੰਜਾਬ ਦੇ ਵਿੱਚ 6000 ਤੋਂ ਜ਼ਿਆਦਾ ਮੁਲਾਜ਼ਮ ਪੱਕੇ ਹੋਣਗੇ। ਕੱਚੇ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਹੋਣਗੇ। ਤੁਸੀਂ ਦੇਖੋ ਕਿ ਕਿੰਨੇ ਧਰਨੇ ਪ੍ਰਦਰਸ਼ਨ, ਟੈਂਕੀਆਂ ਤੇ ਚੜ੍ਹਨਾ, ਵਾਟਰ ਕੈਨਨ ਦੀਆਂ ਬਛਾੜਾ ਜਿਹੜੀਆਂ ਉਹ ਖਾਣਾ, ਫਿਰ ਲਾਠੀ ਚਾਰਜ ਹੋਣਾ, ਫਿਰ ਉਸ ਤੋਂ ਬਾਅਦ ਬੈਰੀਗੇਡ ਤੋੜਨਾ, ਉਸ ਤੋਂ ਬਾਅਦ ਭੁੱਖ ਹੜਤਾਲਾਂ ਤੇ ਜਾਣਾ, ਠੰਡ ਹੋਵੇ ਗਰਮੀ ਹੋਵੇ ਇਦਾਂ ਹੀ ਟੈਂਕੀਆਂ ਤੇ ਬੈਠੇ ਰਹਿਣਾ, ਇਦਾਂ ਹੀ ਧਰਨੇ ਪ੍ਰਦਰਸ਼ਨਾਂ ਤੇ ਬੈਠੇ ਰਹਿਣਾ, ਭੁੱਖ ਪਿਆਸ ਦਾ ਕੋਈ ਧਿਆਨ ਨਾ ਹੋਣਾ, ਆਪਣੇ ਪਿੰਡੇ ਤੇ ਸਾਰਾ ਕੁਝ ਜਰਨਾ, ਨਿੱਕੇ ਨਿੱਕੇ ਬੱਚੇ ਲੈ ਕੇ ਪਹੁੰਚ ਜਾਣਾ, ਬਜ਼ੁਰਗ ਮਾਪੇ ਲੈ ਕੇ ਪਹੁੰਚ ਜਾਣਾ, ਘਰ ਹੀ ਨਹੀਂ ਜਾਣਾ, ਉੱਥੇ ਹੀ ਸਾਰਾ ਕੁਝ ਆਪਣਾ ਡੇਰਾ ਲਾ ਲੈਣਾ, ਸਰਕਾਰ ਨਾਲ ਮੀਟਿੰਗਾਂ ਕਰਨੀਆਂ ਪਰ ਫਿਰ ਉਸ ਤੋਂ ਗੈਰ ਸੰਤੁਸ਼ਟ ਹੋਣਾ। ਇਹ ਸਾਰਾ ਕੁਝ ਜਿਹੜਾ ਹੈ ਕੱਚੇ ਕਾਮਿਆਂ ਦੇ ਹਿੱਸੇ ਆਇਆ ਹੈ।
सरकार जिहड़ी मर्जी होवे ਇਹ ਕੱਚੇ ਕਾਮਿਆਂ ਦੇ ਹਿੱਸੇ ਆਇਆ ਹੈ ਤੇ ਹੁਣ ਤੇ ਉਹਨਾਂ ਨੂੰ ਆਪਣੀਆਂ ਮੰਗਾਂ ਟਿਪਸ ਤੇ ਨੇ। ਜੇ ਕੋਈ ਉਹਨਾਂ ਨੂੰ ਕਹਿੰਦਾ ਕਿ ਇਹ ਤੁਹਾਨੂੰ ਨਹੀਂ ਹੋ ਸਕਦਾ, ਸਾਰੀਆਂ ਧਾਰਾਵਾਂ ਉਹਨਾਂ ਦੇ ਟਿਪਸ ਤੇ ਨੇ। ਹੁਣ ਤਾਂ ਵਕੀਲਾਂ ਵਾਲੀ ਜਿਹੜੀ ਭਾਸ਼ਾ ਹੁੰਦੀ ਆ ਉਹ ਵੀ ਇਹ ਜਾਣਦੇ ਹੈਗੇ ਆ ਕਿ ਕਿਉਂ ਇਹ ਆਪਣੇ ਸਟੈਂਡ ਤੇ ਬਰਕਰਾਰ ਨੇ ਤੇ ਕਿਸ ਤਰ੍ਹਾਂ ਨਾਲ ਆਪਣਾ ਸਟੈਂਡ ਇਹਨਾਂ ਦਾ ਸਹੀ ਹੈਗਾ। ਹੁਣ ਵਕੀਲੀ ਭਾਸ਼ਾ ਵੀ ਇਹ ਜਾਣਦੇ ਨੇ। ਇਹਨਾਂ ਨੇ ਇੰਨੇ ਡੰਡੇ ਖਾ ਲਏ ਕਿ ਹੁਣ ਇਹ ਡੰਡੇ ਖਾਣ ਤੋਂ ਡਰਦੇ ਨਹੀਂ। ਇਹਨਾਂ ਨੇ ਇੰਨੀ ਕੁ ਜ਼ਿਆਦਾ ਜ਼ਿਆਦਤੀ ਭੁਗਤ ਲਈ ਕਿ ਹੁਣ ਇਹ ਕਿਸੇ ਹੋਰ ਜ਼ਲਾਲਤ ਤੋਂ ਡਰਦੇ ਨਹੀਂ। ਸੋ ਅਜਿਹੇ ਵਿੱਚ ਜਦੋਂ ਇਸ ਤਰ੍ਹਾਂ ਦਾ ਹਾਲ ਜਿਹੜਾ ਹੈ ਉਹ ਹੁੰਦਾ ਹੈ ਤਾਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਜਿਹੜੀਆਂ ਨੇ, ਫਿਰ ਉਹਨਾਂ 'ਚ ਬਹੁਤ ਸਾਰੇ ਲੋਕ ਆਉਂਦੇ ਆ। ਉਹਨਾਂ 'ਚ ਟੀਚਰਸ ਆ, ਉਹਨਾਂ 'ਚ ਜਿਹੜੇ 108 ਐਂਬੂਲੈਂਸ ਵਾਲੇ ਉਹ ਲੋਕ ਹੈਗੇ ਆ, ਉਸ ਤੋਂ ਬਾਅਦ ਰੋਡਵੇਜ਼ ਦੇ ਮੁਲਾਜ਼ਮ ਹੈਗੇ ਆ, ਬੜੇ ਸਾਰੇ ਕੱਚੇ ਮੁਲਾਜ਼ਮ ਜਿਨ੍ਹਾਂ ਨੂੰ ਪੱਕੇ ਕਰਨ ਦੀ ਗੱਲ ਸਾਹਮਣੇ ਆਉਂਦੀ। ਸੋ ਕਿਹੜੇ ਹੋਏ ਨੇ ਤੁਹਾਨੂੰ ਦੱਸ ਦਿੰਦੇ ਆ। ਪੰਜਾਬ ਦੇ ਸੀਐਮ ਭਗਵੰਤ ਮਾਨ ਨੇ 6000 ਤੋਂ ਵੱਧ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਜੀ। ਉਹਨਾਂ ਨੇ ਜਾਣਕਾਰੀ ਲੋਹੜੀ ਦੇ ਮੌਕੇ ਟਵੀਟ ਵਿੱਚ ਸਾਂਝਾ ਕੀਤੀ। ਸੋ ਹੁਣ ਲੋਹੜੀ ਦੇ ਮੌਕੇ ਅਸੀਂ ਕਹਿ ਸਕਦੇ ਹਾਂ ਕਿ ਗਿਫਟ ਮਿਲਿਆ ਆ। ਕੀ ਕਿਹਾ ਉਹਨਾਂ ਨੇ ਇਹ ਅਸੀਂ ਤੁਹਾਨੂੰ ਦੱਸਦੇ ਹਾਂ। ਟਵੀਟ ਕੀ ਕਹਿੰਦਾ, ਅੱਜ ਲੋਹੜੀ ਦੇ ਤਿਉਹਾਰ ਮੌਕੇ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸਾਡੀ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਤੇ ਇਸੇ ਕੜੀ ਵਿੱਚ 6000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਸਤਾ ਸਾਫ਼ ਹੋ ਗਿਆ। ਵੇਰਵੇ ਜਲਦੀ, ਲੋਹੜੀ ਦੀਆਂ ਮੁਬਾਰਕਾਂ। ਸੋ ਵੇਰਵੇ ਅਜੇ ਨੇ ਉਹ ਆਉਣਗੇ, ਡਿਟੇਲਸ ਅਵੇਟਡ ਨੇ, ਜਿਸ ਤਰ੍ਹਾਂ ਨਾਲ ਹੀ ਆਉਣਗੇ ਅਸੀਂ ਤੁਹਾਨੂੰ ਜ਼ਰੂਰ ਦੇਵਾਂਗੇ। ਸੋ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਲੋਹੜੀ ਦੇ ਤਿਉਹਾਰ ਦੇ ਮੌਕੇ ਇੱਕ ਹੋਰ ਖੁਸ਼ਖਬਰੀ ਕਿਹਾ ਕਿ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਹ ਸਾਰਾ ਕੁਝ ਉਹਨਾਂ ਨੇ ਕਿਹਾ। ਸੋ ਸਾਲਾਂ ਤੋਂ ਜਿਹੜੇ ਆਪਣੀ ਨੌਕਰੀ ਨੂੰ ਪੱਕਾ ਕਰਨ ਦੀ ਮੰਗ 'ਚ ਲੱਗੇ ਹੋਏ ਨੇ। ਇਸ ਤੋਂ ਪਹਿਲਾਂ ਸਰਕਾਰੀ ਨੌਕਰੀਆਂ ਸਣੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮਾਮਲੇ ਵਿੱਚ ਅਕਸਰ ਜਦੋਂ ਭਗਵੰਤ ਮਾਨ ਸਾਹਿਬ ਨਾਲ ਗੱਲ ਹੁੰਦੀ ਸੀ ਤੇ ਉਹ ਕਾਨੂੰਨ ਦੀਆਂ ਪੇਚੀਦਗੀਆਂ ਦਾ ਹਵਾਲਾ ਦਿੰਦੇ ਸਨ ਕਿ ਜੀ ਇਦਾਂ ਨਹੀਂ ਹੋ ਸਕਦਾ ਹੈਗਾ। ਤੁਸੀਂ ਯਕੀਨ ਮੰਨੋ ਕਿ ਜੇ ਪੱਕੇ ਹੋ ਸਕਦੇ ਹੁੰਦੇ ਤਾਂ ਅਸੀਂ ਕਰਾ ਦਿੰਦੇ, ਪਰ ਅਜੇ ਕੁਝ ਅਸੀਂ ਕਰਾ ਦੇਵਾਂਗੇ ਪਰ ਅਜੇ ਪੇਚੀਦਗੀਆਂ ਹੈਗੀਆਂ ਨੇ, ਜਦੋਂ ਵੀ ਉਹਨਾਂ ਨਾਲ ਇਸ ਬਾਬਤ ਗੱਲ ਹੋਈ। ਪਰ ਹੁਣ ਇਹ ਖਬਰ ਸੁਣ ਕੇ ਲੱਗਦਾ ਹੈ ਕਿ ਜਿਹੜੀਆਂ ਵੀ ਪੇਚੀਦਗੀਆਂ ਸਨ ਉਹ ਖਤਮ ਹੋ ਗਈਆਂ ਸਨ। ਕਿਉਂਕਿ ਤੁਹਾਨੂੰ ਯਾਦ ਹੋਣਾ ਹੈ ਕਿ ਬਰਥਡੇ ਕੇਕ ਵੀ ਟੈਂਕੀਆਂ ਤੇ ਜਾ ਕੇ ਮਨਾਉਣੇ, ਕੱਟਣੇ। ਹਾਲਾਂਕਿ ਉਹਦੇ ਟੀਚਰਸ ਦੀ ਗੱਲ ਸੀ, ਪਰ ਇਹ ਵੀ ਕੱਚੇ ਕਾਮੇ ਹੈਗੇ ਨੇ। ਇਹਨਾਂ 'ਚ ਹੁਣ ਕਿਹੜੇ ਕੱਚੇ ਕਾਮੇ ਆਉਂਦੇ ਨੇ ਉਹ ਅਸੀਂ ਦੇਖਾਂਗੇ। ਹੁਣ ਪੰਜਾਬ ਰੋਡਵੇਜ਼ ਸਣੇ ਐਂਬੂਲੈਂਸ 108 ਤੇ ਹੋਰ ਕਈ ਵਿਭਾਗਾਂ ਦੇ ਕਰਮਚਾਰੀ ਲੰਮੇ ਸਮੇਂ ਤੋਂ ਕੰਟਰੈਕਟ ਤੇ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿਸ ਵਿੱਚ ਟੀਚਰਸ ਵੀ ਆਉਂਦੇ ਨੇ। ਕੇਕ ਕੱਟਿਆ ਕਈਆਂ ਨੇ, ਕਈ ਬਿਮਾਰ ਵੀ ਹੋ ਗਏ ਉੱਥੇ, ਕਈ ਬਿਮਾਰੀ ਦੇ ਵਿੱਚ ਬੈਠੇ ਰਹੇ ਤੇ ਉੱਥੇ ਹੀ ਦਵਾ ਦਾਰੂ ਚੱਲਦੀ ਰਹੀ ਪਰ ਘਰ ਨਹੀਂ ਗਏ। ਅਜਿਹੇ ਲੋਕ ਜਿਹੜੇ ਪਿੰਡੇ ਤੇ ਸਾਰਾ ਕੁਝ ਹੰਡਾ ਰਹੇ ਹੈਗੇ ਆ, ਉਹਨਾਂ ਵਾਸਤੇ ਇਹ ਖਬਰ ਵੱਡੀ ਖਬਰ ਹੈ। ਹੁਣ ਅਮਲ 'ਚ ਕਦੋਂ ਆਉਂਦੀ ਹੈ ਜੀ, ਇਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਇੰਤਜ਼ਾਰ ਜਿਹੜਾ ਹੈ ਉਹ ਬਥੇਰਾ ਲੰਮਾ ਕੀਤਾ ਹੈਗਾ ਤੇ ਹੁਣ ਉਹ ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਇਹ ਜਿਹੜੀ ਖੁਸ਼ਖਬਰੀ ਹੈ, ਲੋਹੜੀ ਜਿਹੜੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹਨਾਂ ਕੱਚੇ ਕਾਮਿਆਂ ਨੂੰ, ਇਹ ਫਟਾਫਟ ਰੋੜੀ ਜਿਵੇਂ ਮੈਂ ਖਾ ਕੇ ਗਲਾ ਖਰਾਬ ਕਰ ਲਿਆ, ਉਹਨਾਂ ਦੀ ਇਹ ਰੋੜੀਆਂ ਮੂੰਗਫਲੀਆਂ ਖਾ ਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਸਵਰ ਜਾਏਗੀ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਸਾਰਾ ਕੁਝ ਜਿਹੜਾ ਹੈ ਉਹ ਅਮਲ ਦੇ ਵਿੱਚ ਆਏ। ਹਾਂਜੀ, ਰੁਕ ਕਰਦੇ ਹਾਂ ਜੀ ਅਗਲੀ ਖਬਰ ਦਾ। ਤੇ ਅਗਲੀ ਖਬਰ ਜਿਹੜੀ ਲਿੰਕ ਰੱਖਦੀ ਹੈ ਭਾਰਤ ਜੋੜੋ ਯਾਤਰਾ ਦੇ ਨਾਲ ਲਿੰਕ ਰੱਖਦੀ ਹੈ, ਉਹ ਰਾਹੁਲ ਗਾਂਧੀ ਦੇ ਨਾਲ ਲਿੰਕ ਰੱਖਦੀ ਹੈ ਤੇ ਸਭ ਤੋਂ ਜ਼ਿਆਦਾ ਲਿੰਕ ਉਹ ਰੱਖਦੀ ਹੈ ਰਾਜਾ ਵੜਿੰਗ ਦੇ ਨਾਲ। ਤੁਹਾਨੂੰ ਅਸੀਂ ਦੱਸਿਆ ਸੀਗਾ ਕਿ ਰਾਜਾ ਵੜਿੰਗ ਨੂੰ ਧੱਕੇ ਪਏ ਨੇ ਤੇ ਸਿਕਿਉਰਿਟੀ ਵੱਲੋਂ ਧੱਕੇ ਪਏ ਨੇ ਤੇ ਭਾਰਤ ਜੋੜੋ ਯਾਤਰਾ ਦਰਮਿਆਨ ਜਿਹੜੀ ਸਿਕਿਉਰਿਟੀ ਉਸ ਵੱਲੋਂ ਧੱਕੇ ਪਏ ਨੇ। ਇਸ ਤੇ ਸਵਾਲ ਕੀਤੇ ਗਏ, ਅਸੀਂ ਸਵਾਲ ਕੀਤੇ ਰਾਜਾ ਵੜਿੰਗ ਨੂੰ ਕਿ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਹੈ। ਤਾਂ ਅੱਗੋਂ ਰਾਜਾ ਵੜਿੰਗ ਨੇ ਕਿਹਾ ਕਿ ਦੇਖੋ ਜੀ, ਮੈਂ ਤਾਂ ਧੱਕੇ ਖਾ ਕੇ ਹੀ ਇੱਥੋਂ ਤੱਕ ਪਹੁੰਚਿਆ। ਕਹਿੰਦੇ ਮੈਂ ਕੋਈ ਰਾਜਾ ਮਹਾਰਾਜਾ ਥੋੜੀ ਹੈਗਾ, ਮੈਂ ਕੋਈ ਇਦਾਂ ਦਾ ਥੋੜੀ ਹੈਗਾ ਕਿ ਮੈਂ ਮੁੱਖ ਮੰਤਰੀ ਹੋਵਾਂ, ਮੁੱਖ ਮੰਤਰੀ ਮੇਰੇ ਫਾਦਰ ਸਾਹਿਬ ਹੋਣ ਜਾਂ ਮੇਰੇ ਖਾਨਦਾਨ 'ਚ ਕੋਈ ਹੋਵੇ ਤੇ ਮੈਂ ਉਹਨਾਂ ਦਾ ਮੁੰਡਾ ਹੋਵਾਂ। ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ, ਮੈਂ ਸਾਰੀ ਗੱਲ ਜਿਹੜੀ ਸਾਰਾ ਕੁਛ ਜਿਹੜਾ ਹੈ ਆਪਣੀ ਮਿਹਨਤ ਨਾਲ ਕੀਤਾ ਹੈ ਤੇ ਮਿਹਨਤ ਦਰਮਿਆਨ ਧੱਕੇ ਤੇ ਜਿਹੜੇ ਆ ਉਹ ਪੈਂਦੇ ਹੀ ਆ। ਇਹ ਰਾਜਾ ਵੜਿੰਗ ਨੇ ਇਹ ਗੱਲ ਕਹੀ ਤੇ ਨਾਲ ਦੇ ਨਾਲ ਉਹਨਾਂ ਨੇ ਜਦੋਂ ਇਹ ਵੀ ਕਿਹਾ, ਕਹਿੰਦੇ ਹੋ ਸਕਦਾ ਹੈ, ਕਹਿੰਦੇ CRPF ਵਾਲੇ ਨੇ ਧੱਕੇ ਮਾਰੇ ਆ, ਸਿਕਿਉਰਿਟੀ ਮੁਲਾਜ਼ਮ ਨੇ, ਕਹਿੰਦਾ ਹੋ ਸਕਦਾ ਹੈ ਵੀ ਇਹ ਕੇਂਦਰ ਦੀ ਕੋਈ ਚਾਲ ਹੋਵੇ, ਕੇਂਦਰ ਨੇ ਕੋਈ ਥਪੇੜੇ ਲਾਣੇ ਹੋਣ, ਕੇਂਦਰ ਦੀ ਕੋਈ ਚਾਲ ਹੋਵੇ, ਕੇਂਦਰ ਚਾਹੁੰਦੀ ਹੋਵੇ ਕਿ ਭਾਰਤ ਜੋੜੋ ਯਾਤਰਾ ਇੰਨੀ ਵਧੀਆ ਚੱਲ ਰਹੀ ਹੈ ਤੇ ਇਹਨਾਂ ਨੂੰ ਧੱਕੇ ਮਾਰੀਏ। ਸੋ ਉਹਨਾਂ ਨੇ ਇਸ ਦੇ ਵਿੱਚ ਕੇਂਦਰ ਦੀ ਸਾਜ਼ਿਸ਼ ਦਾ ਜ਼ਿਕਰ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਹੋਇਆ ਕੀ ਸੀ ਕਿ ਰਾਜਾ ਵੜਿੰਗ ਆਪਣੇ ਕਿਸੇ ਖਾਸ ਦੋਸਤ ਨੂੰ ਮਿਲਾਉਣ ਦੇ ਲਈ ਰਾਹੁਲ ਗਾਂਧੀ ਕੋਲ ਗਏ ਸੀ।
ਰਾਹੁਲ ਗਾਂਧੀ ਕੋਲ ਗਏ ਤੇ ਉਹ ਸਿਕਿਉਰਿਟੀ ਵਾਲੇ ਨੇ ਕੋਲ ਨਹੀਂ ਆਉਣ ਦਿੱਤਾ, ਕਿਉਂਕਿ ਉੱਥੋਂ ਉਹਨਾਂ ਨੇ ਰਾਜਾ ਵੜਿੰਗ ਨੂੰ ਵੀ ਸਾਈਡ ਤੇ ਕਰ ਦਿੱਤਾ ਕਿ ਨਹੀਂ, ਇਹ ਨਹੀਂ ਹੋਏਗਾ। ਮਤਲਬ ਕੁਛ ਕਿਹਾ ਸੁਣੀ ਕੀ ਹੋਈ ਹੋਏਗੀ ਇਹ ਤਾਂ ਸਾਨੂੰ ਸਮਝ ਨਹੀਂ ਹੈਗੀ, ਪਰ ਜਿੰਨੀ ਗੱਲ ਸਾਨੂੰ ਸਮਝ ਆਈ, ਉਹ ਜਿਸ ਤਰ੍ਹਾਂ ਦੇ ਨਾਲ ਹੱਥ ਫੜ ਰਹੇ ਨੇ, ਪਿੱਛੇ ਕਰ ਰਹੇ ਨੇ, ਧੱਕਾ ਮਾਰ ਰਹੇ ਨੇ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਨਜ਼ਰ ਆਉਂਦੀਆਂ ਹੈਗੀਆਂ ਕਿ ਸਿਕਿਉਰਿਟੀ ਬਹੁਤ ਟਾਈਟ ਹੈ। ਤੇ ਰਾਹੁਲ ਗਾਂਧੀ ਨੂੰ ਕੌਣ ਮਿਲੇਗਾ ਤੇ ਕੌਣ ਨਹੀਂ ਮਿਲੇਗਾ, ਇਹ ਸਾਰਾ ਕੁਝ ਜਿਹੜਾ ਹੈ ਇਹ ਤੈਅ ਹੈ, ਇਹ ਤੈਅ ਹੈ। ਤੇ ਪੰਜਾਬ ਵਿੱਚ ਰਾਹੁਲ ਗਾਂਧੀ ਨੂੰ ਓਨੀ ਸਿਕਿਉਰਿਟੀ ਮਿਲੀ ਹੈ ਜਿੰਨੀ ਕਿਤੇ ਹੋਰ ਨਹੀਂ ਮਿਲੀ, ਇਹ ਵੀ ਗੱਲ ਹੈਗੀ ਆ। ਸੋ ਇਸ ਤਰ੍ਹਾਂ ਦੀ ਜਿਹੜੀ 3 ਲੇਅਰ ਸਿਕਿਉਰਿਟੀ ਹੈਗੀ ਆ ਇਸ ਦਰਮਿਆਨ, ਹਾਲਾਂਕਿ ਜਿਹੜੇ ਲੋਕ ਮਿਲਣਗੇ, ਜਿਹੜੇ ਲੋਕ ਨਾਲ ਚੱਲਣਗੇ, ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਸ਼ਾਮਲ ਹੈਗੇ ਨੇ, ਪਰ ਇਸ ਦਰਮਿਆਨ ਜਦੋਂ ਕੋਈ ਹੋਰ ਬੰਦਾ ਆਏਗਾ ਤੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ, ਕਿਉਂਕਿ ਰਾਹੁਲ ਗਾਂਧੀ ਵਾਸਤੇ ਧਮਕੀਆਂ ਬਹੁਤ ਵੱਡੀਆਂ ਵੱਡੀਆਂ ਨੇ। ਲਗਾਤਾਰ ਕਿਹਾ ਗਿਆ ਹੈ ਕਿ ਜੇ ਪੰਜਾਬ ਦੇ ਵਿੱਚ ਆਓਗੇ ਤਾਂ ਫਿਰ ਬਖਸ਼ੇ ਨਹੀਂ ਜਾਓਗੇ। ਤੇ ਪ੍ਰੋਟੈਸਟ ਵੀ ਕਾਫੀ ਥਾਈਂ ਹੋ ਰਹੇ ਨੇ। ਲੁਧਿਆਣਾ ਦਾ ਪ੍ਰੋਟੈਸਟ ਵੀ ਤੁਹਾਨੂੰ ਦੱਸਿਆ ਸੀਗਾ, ਜਿਹੜੇ ਦੰਗਾ ਪੀੜਤ ਹੈਗੇ ਸੀ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਸੋ ਅਜਿਹੇ ਵਿੱਚ ਪੰਜਾਬ ਦੇ ਵਿੱਚ ਬਲੂ ਸਟਾਰ ਕਰਕੇ ਜਿਹੜੀ ਸਿਚੁਏਸ਼ਨ ਹੈ, ਜਿਹੜਾ ਜਿਹੜੀ ਸਾਡੇ ਨਾਲ ਹੋਈ ਆ, ਉਸ ਕਰਕੇ ਇੱਥੇ ਖਤਰਾ ਜਿਹੜਾ ਹੈ ਜ਼ਿਆਦਾ ਮੰਨਿਆ ਜਾਂਦਾ ਹੈਗਾ। ਲੋਕ ਜਿਹੜੇ ਨੇ, ਲੋਕਾਂ 'ਚ ਗੁੱਸਾ ਹੈ, ਕੁਝ ਲੋਕ ਗੁੱਸਾ ਕੱਢਣਾ ਚਾਹੁੰਦੇ ਨੇ। ਸੋ ਅਜਿਹਾ ਕੁਝ ਹੋਵੇ ਇਹ ਨਹੀਂ ਚਾਹਿਆ ਜਾਂਦਾ, ਤਾਂ ਕਰਕੇ ਸਿਕਿਉਰਿਟੀ ਹੈ ਉਹ ਟਾਈਟਨ ਕੀਤੀ ਗਈ ਹੈ। ਪਰ ਇੱਕ ਗੱਲ ਜਿਹੜੀ ਹੈ, ਉਹ ਰਾਜਾ ਵੜਿੰਗ ਦੀ ਇੰਟਰਵਿਊ ਜਿਹੜੀ ਅੱਜ ਦੀ ਬੜੀ ਮਜ਼ੇਦਾਰ ਰਹੀ। ਉਹ ਕਹਿੰਦੇ ਆ ਕਿ ਜਿਹੜੇ ਧੱਕੇ ਜਿਹੜੇ ਨੇ, ਧੱਕੇ ਪੈਂਦੇ ਨੇ, ਧੱਕੇ ਕਿਹਨੂੰ ਨਹੀਂ ਪੈਂਦੇ, ਵੀ ਮੈਂ ਧੱਕੇ ਖਾ ਕੇ ਇੱਥੇ ਪਹੁੰਚਿਆ। ਤੇ ਨਾਲ ਉਹਨਾਂ ਨੇ ਕੇਂਦਰ ਦਾ ਜਿਹੜਾ ਜ਼ਿਕਰ ਕੀਤਾ ਆ, ਉਹ ਕਹਿੰਦੇ ਵੀ ਇਹਨਾਂ ਨੂੰ ਮਿਰਚਾਂ ਲੱਗ ਰਹੀਆਂ ਕਿ ਵੀ ਭਾਰਤ ਜੋੜੋ ਯਾਤਰਾ ਇੰਨੀ ਵਧੀਆ ਪਰਫਾਰਮ ਕਰ ਰਹੀ ਹੈ। ਇੱਕ ਗੱਲ ਉਹਨਾਂ ਨੇ ਹੋਰ ਬੜੀ ਇੰਟਰਸਟਿੰਗ ਕਹੀ, ਮਾਫੀ ਚਾਹਾਂਗੀ ਮੈਂ, ਹਾਲਾਂਕਿ ਪਤਾ ਨਹੀਂ ਮੈਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਕਹਿੰਦੇ ਕਿ ਕਦੀ ਰਾਹੁਲ ਗਾਂਧੀ ਦੀ ਪੱਗ ਦਾ ਜ਼ਿਕਰ ਕਰ ਦਿੰਦੇ ਨੇ, ਕਦੀ ਰਾਹੁਲ ਗਾਂਧੀ ਦੀ ਸ਼ਰਟ ਦਾ ਜ਼ਿਕਰ ਕਰ ਦਿੰਦੇ ਨੇ, ਤੇ ਕਹਿੰਦੇ ਕੱਲ ਨੂੰ ਰਾਹੁਲ ਦੇ ਅੰਡਰਵੇਅਰ ਦਾ ਜ਼ਿਕਰ ਵੀ ਕਰ ਦੇਣਗੇ। ਸੋ ਅੰਡਰਵੇਅਰ ਦੀ ਗੱਲ ਵੀ ਉਹਨਾਂ ਨੇ ਕਹੀ ਹੈਗੀ ਹੈ, ਕਹਿੰਦੇ ਕਿ ਇਹ ਤੇ ਕੁਝ ਵੀ ਕਰ ਦੇਣਗੇ। ਸੋ ਅਜਿਹੇ ਵਿੱਚ ਇਹਨਾਂ ਚੀਜ਼ਾਂ ਨੂੰ ਕਹਿੰਦੇ ਸੀਰੀਅਸਲੀ ਲੈਣ ਦੀ ਬਹੁਤੀ ਕੋਈ ਲੋੜ ਹੈ ਨਹੀਂ। ਖੈਰ, ਆਪਾਂ ਹੁਣ ਰੁਖ ਕਰਨਾ ਹੈ ਅਗਲੀ ਖਬਰ ਦਾ। ਅਗਲੀ ਖਬਰ ਜਿਹੜੀ ਹੈ ਇਹ ਬੜੀ ਮੰਦਭਾਗੀ ਖਬਰ, ਅਸੀਂ ਤੁਹਾਨੂੰ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹ ਖਬਰ ਦੱਸਦੇ ਹੋਏ ਆ ਰਹੇ ਹਾਂ ਤੇ ਇਸ ਦਾ ਇੱਕ ਫੋਲੋ ਅਪ ਅਸੀਂ ਲੈ ਰਹੇ ਹਾਂ। ਤੇ ਉਹ ਦਿੱਲੀ ਵਾਲਾ ਮਾਮਲਾ ਹੈਗਾ ਕਿ ਦਿੱਲੀ ਵਿੱਚ ਜਿਹੜੀ ਕੁੜੀ ਕਾਰ ਦੇ ਥੱਲੇ 15 ਕਿਲੋਮੀਟਰ ਤੱਕ ਘਸੀਟੀ ਜਾਂਦੀ ਰਹੀ, ਉਸ ਦਾ ਬਣਿਆ ਕੀ, ਉਸ ਮਾਮਲੇ ਦਾ ਬਣਿਆ ਕੀ। ਤੇ ਉਸ ਮਾਮਲੇ ਦੇ ਵਿੱਚ ਕੁਝ ਅਪਡੇਟਸ ਆਈਆਂ ਨੇ, ਉਹ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨਾ ਚਾਹਾਂਗੇ ਜੀ। ਸੋ ਨਵੇਂ ਸਾਲ ਦੀ ਰਾਤ ਇਹ ਜਿਹੜਾ ਦਿੱਲੀ ਦੇ ਕੰਜਾਵਾਲਾ ਦੇ ਵਿੱਚ ਇਹ ਜਿਹੜਾ ਸਾਰਾ ਦਾ ਸਾਰਾ ਹਾਦਸਾ ਹੋਇਆ ਸੀ, ਜਾਂ ਕੁਝ ਹੋਰ ਇਹਨੂੰ ਕਹਿ ਲਓ, ਇਹ ਜਦੋਂ ਹੋਇਆ ਸੀ ਮੰਦਭਾਗਾ ਜਿਹੜਾ ਇਹੀ ਰਾਤ ਹੈਗੀ ਸੀ। ਹੁਣ ਬਲੱਡ ਰਿਪੋਰਟ ਜਿਹੜੀ ਹੈ ਉਹ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਕਾਰ ਵਿੱਚ ਮੌਜੂਦ ਜਿਹੜੇ ਕਾਰ ਦੇ ਵਿੱਚ ਬੈਠੇ ਹੋਏ ਸਨ, ਜਿਹੜੇ ਕੁੜੀ ਨੂੰ ਘਸੀਟ ਰਹੇ ਸਨ, ਇਹ ਜਿਹੜੇ ਚਾਰੋਂ ਆਰੋਪੀਆਂ ਨੇ ਘਟਨਾ ਦੇ ਵਕਤ ਤੇ ਕਹਿੰਦੇ ਸ਼ਰਾਬ ਪੀ ਰੱਖੀ ਸੀ। ਤੇ ਜਦੋਂ ਸ਼ਰਾਬ ਪੀ ਰੱਖੀ ਹੋਵੇ ਤਾਂ ਫਿਰ ਉਸ ਨੂੰ ਜਿਹੜਾ ਹੈ ਇਹ ਸਿਰਫ ਤੇ ਸਿਰਫ ਇਸ ਨੂੰ ਹਾਦਸਾ ਨਹੀਂ ਮੰਨਿਆ ਜਾ ਸਕਦਾ ਹੈਗਾ। ਕਿਸ ਤਰ੍ਹਾਂ ਦੇ ਨਾਲ ਇਹ ਦੱਸਦੇ ਆ। ਰੋਹਿਣੀ ਦੀ ਫੋਰੈਂਸਿਕ ਲੈਬ ਨੇ ਸ਼ੁੱਕਰਵਾਰ ਦੁਪਹਿਰੇ ਰਿਪੋਰਟ ਦਿੱਲੀ ਪੁਲਿਸ ਨੂੰ ਸੌਂਪ ਦਿੱਤੀ ਹੈ ਜੀ। ਉੱਥੇ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੂੰ ਇਸ ਕੇਸ ਵਿੱਚ 302 ਦੀ ਧਾਰਾ ਜੋੜਨ ਦੇ ਜਿਹੜੇ ਹੁਕਮ ਨੇ ਉਹ ਵੀ ਦਿੱਤੇ ਆ, ਯਾਨੀ ਆਰੋਪੀਆਂ ਤੇ ਹੱਤਿਆ ਦੀ ਧਾਰਾ ਲਗਾਈ ਜਾਏਗੀ। ਹੁਣ ਕਿਉਂ ਲਗਾਈ ਜਾਏਗੀ ਤੁਹਾਨੂੰ ਦੱਸਦੇ ਆ, ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਥੱਲੇ ਸਾਡੇ ਕੋਈ ਅੜ ਗਿਆ ਹੈ, ਗੱਡੀ ਦੇ ਥੱਲੇ ਉਹ ਕੁੜੀ ਹੈ, ਜਾਂ ਇਹਨਾਂ ਨੂੰ ਇਹ ਪਤਾ ਸੀ ਕਿ ਕੋਈ ਹੈ, ਇਹਨਾਂ ਨੂੰ ਗੱਡੀ ਰੋਕਣੀ ਚਾਹੀਦੀ ਸੀ, ਇਹਨਾਂ ਨੇ ਗੱਡੀ ਰੋਕੀ ਨਹੀਂ। ਨਾਲ ਹੀ ਪੁਲਿਸ ਦੀਆਂ 3 PCR ਵੈਨ ਤੇ 2 ਪਿਕਟ ਵਿੱਚ ਡਿਊਟੀ ਤੇ ਤੈਨਾਤ 11 ਮੁਲਾਜ਼ਮਾਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ, ਕਿਉਂਕਿ ਇਸ ਮਾਮਲੇ ਤੇ ਬੜੀ ਪੋਲਿਟਿਕਸ ਹੋਈ ਹੈ। ਇਸ ਮਾਮਲੇ ਤੇ ਪੁਲਿਸ ਤੇ ਬੜੇ ਇਲਜ਼ਾਮ ਲੱਗੇ ਨੇ, ਪੁਲਿਸ ਨੇ ਆਪਣੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਨਿਭਾਈ, ਪੁਲਿਸ ਨੇ ਫੇਵਰ ਕੀਤਾ ਆ। ਸੋ ਅਜਿਹੇ ਵਿੱਚ 11 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ। ਮੰਤਰਾਲੇ ਨੇ ਦਿੱਲੀ ਦੇ DCP ਹਰਿੰਦਰ ਕੁਮਾਰ ਨੂੰ ਜਾਂਚ ਵਿੱਚ ਢਿੱਲ ਵਰਤਣ ਦੇ ਲਈ ਕਾਰਨ ਦੱਸੋ ਨੋਟਿਸ ਵੀ ਭੇਜਿਆ। ਦੱਸ ਦਈਏ ਕਿ ਹਰਿੰਦਰ ਕੁਮਾਰ ਨੇ ਕਿਹਾ ਸੀ ਕਿ ਇਹ ਮਾਮਲਾ ਹੱਤਿਆ ਨਹੀਂ ਬਲਕਿ ਹਾਦਸੇ ਦਾ ਹੈ, ਪਰ ਹੁਣ ਇਸ ਮਾਮਲੇ ਨੂੰ ਹੱਤਿਆ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੋ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ਾਲਿਨੀ ਸਿੰਘ ਨੇ ਗ੍ਰਹਿ ਮੰਤਰਾਲੇ ਨੂੰ ਮਾਮਲੇ ਦੀ ਜਾਂਚ ਰਿਪੋਰਟ ਜਿਹੜੀ ਹੈ ਉਹ ਸੌਂਪ ਦਿੱਤੀ ਹੈ ਜੀ। ਇਸ ਦੇ ਬਾਅਦ ਮੰਤਰਾਲੇ ਨੇ ਪੁਲਿਸ ਨੂੰ ਇਹ ਹੁਕਮ ਦਿੱਤੇ ਨੇ ਤੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਨਹੀਂ ਹੱਤਿਆ ਹੈ, ਤੇ ਆਰੋਪੀਆਂ ਨੂੰ ਪਤਾ ਸੀ ਕਿ ਕਾਰ ਦੇ ਥੱਲੇ ਕੋਈ ਫਸਿਆ। ਇਸ ਦੇ ਬਾਅਦ ਵੀ ਉਹਨਾਂ ਨੇ ਕਾਰ ਜਿਹੜੀ ਹੈ ਉਹ ਨਹੀਂ ਰੋਕੀ। ਸੋ ਪੁਲਿਸ ਦੀ ਪੁੱਛਤਾਛ ਵਿੱਚ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਆਰੋਪੀਆਂ ਨੇ ਮੰਨਿਆ ਸੀ ਕਿ ਗੱਡੀ ਦੇ ਥੱਲੇ ਅੰਜਲੀ ਦੇ ਫਸੇ ਹੋਣ ਦੀ ਗੱਲ ਉਹਨਾਂ ਨੂੰ ਪਤਾ ਸੀ। ਆਰੋਪੀਆਂ ਨੇ ਕਿਹਾ ਕਿ ਹਾਦਸੇ ਦੇ ਬਾਅਦ ਉਹਨਾਂ ਨੇ ਕਈ ਵਾਰ ਯੂ ਟਰਨ ਲਿਆ
ਉਹ ਕਹਿੰਦੇ ਕਿ ਵੀ ਉਹ ਇੰਨਾ ਡਰ ਗਏ ਸਨ। ਮੀਡੀਆ ਰਿਪੋਰਟਸ ਦੇ ਮੁਤਾਬਕ ਉਹਨਾਂ ਨੇ ਇਹ ਵੀ ਮੰਨਿਆ ਕਿ ਗੱਡੀ ਵਿੱਚ ਤੇਜ਼ ਮਿਊਜ਼ਿਕ ਚੱਲਣ ਵਾਲੀ ਕਹਾਣੀ ਜਿਹੜੀ ਉਹ ਝੂਠੀ ਸੀ। ਸੋ ਇਸ ਮਾਮਲੇ ਦੇ ਵਿੱਚ ਇਹ ਅਪਡੇਟਸ ਆਏ ਨੇ ਤੇ ਇਹ ਬਹੁਤ ਵੱਡੇ ਅਪਡੇਟਸ ਹੈਗੇ ਨੇ। ਤੁਹਾਨੂੰ ਪਤਾ ਹੈ ਕਿ ਤੁਹਾਡੀ ਗੱਡੀ ਦੇ ਥੱਲੇ ਕੋਈ ਫਸ ਗਿਆ ਹੈ ਤੇ ਤੁਹਾਨੂੰ ਗੱਡੀ ਰੋਕਣੀ ਹੋਏਗੀ, ਤੁਸੀਂ ਉਹਨੂੰ ਲੈ ਕੇ 15 ਕਿਲੋਮੀਟਰ ਤੱਕ ਨਹੀਂ ਫਿਰ ਸਕਦੇ। ਜਾਂ ਇਸ ਮਾਮਲੇ ਦੇ ਨਾਲ ਕੁਝ ਹੋਰ ਗੁੱਥੀਆਂ ਵੀ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਸੁਲਝਣਾ ਜ਼ਰੂਰੀ ਹੈ ਕਿ ਕਿਤੇ ਜਾਣ ਕੇ ਹੀ ਇਦਾਂ ਕੀਤਾ ਹੋਵੇ। ਖੈਰ ਰੁਖ ਇਸ ਵਕਤ ਤੇ ਅਗਲੀ ਖਬਰ ਦਾ ਕਰਨਾ ਬਣਦਾ ਹੈਗਾ, ਜਿੱਥੇ ਡਾਂਟ ਪਈ ਹੈ, ਫਟਕਾਰ ਪਈ ਹੈ। ਤੇ ਇਹ ਡਾਂਟ ਫਟਕਾਰ ਕੀ ਕਹਿੰਦੀ ਆ? ਇਹ ਡਾਂਟ ਫਟਕਾਰ ਇਹ ਕਹਿੰਦੀ ਆ ਕਿ ਜਿਹੜੇ ਮੀਡੀਆ ਵਾਲੇ ਜਿਹੜੇ ਐਂਕਰਸ ਹੁੰਦੇ ਨੇ, ਜਿਵੇਂ ਮੈਂ ਵੀ ਇੱਕ ਐਂਕਰ ਵੀ ਹਾਂ, ਮੈਂ ਜਰਨਲਿਸਟ ਹਾਂ, ਰਿਪੋਰਟਰ ਵੀ ਹਾਂ। ਸੋ ਅਜਿਹੇ ਵਿੱਚ ਜਿਹੜੇ ਲੋਕ ਨਫ਼ਰਤਾਂ ਫੈਲਾਉਂਦੇ ਨੇ, ਜਿਹੜੇ ਐਂਕਰ ਉਹਨਾਂ ਨੂੰ ਮਾਈਕ ਦੇ ਦਿੱਤਾ ਜਾਂਦਾ ਹੈ ਤੇ ਕੁਝ ਵੀ ਬੋਲਦੇ ਨੇ, ਤੇ ਉਹਨਾਂ ਦੇ ਖਿਲਾਫ ਹੁਣ ਸੁਪਰੀਮ ਕੋਰਟ ਸਖਤ ਹੋ ਗਈ ਹੈ। ਕਹਿੰਦੇ ਕਿ ਇਹਨਾਂ ਨੂੰ ਨਫ਼ਰਤ ਨਹੀਂ ਫੈਲਾਉਣ ਦੇਣੀ ਚਾਹੀਦੀ, ਇਹਨਾਂ ਨੂੰ ਆਫ ਏਅਰ ਕਰ ਦਿਓ, ਇਹਨਾਂ ਨੂੰ ਬੰਦ ਕਰ ਦਿਓ, ਇਹਨਾਂ ਨੂੰ ਇਹ ਟੀਵੀ ਤੇ ਨਜ਼ਰ ਹੀ ਨਾ ਆਉਣੇ, ਕਿਤੇ ਨਜ਼ਰ ਹੀ ਨਾ ਆਉਣ। ਇਹ ਗੱਲ ਜਿਹੜੀ ਹੈ ਸੁਪਰੀਮ ਕੋਰਟ ਨੇ ਬਹੁਤ ਸਾਫ਼-ਸਾਫ਼ ਜਿਹੜੀ ਹੈ ਉਹ ਕਹੀ ਹੈ। ਸੋ ਕੀ ਗੱਲ ਉਹਨਾਂ ਨੇ ਕਹੀ ਹੈ ਤੁਹਾਨੂੰ ਦੱਸ ਦੇਣੀ ਹੈ। ਸੁਪਰੀਮ ਕੋਰਟ ਭੜਕਾਊ ਭਾਸ਼ਣ ਦੇ ਮਾਮਲਿਆਂ ਨੂੰ ਲੈ ਕੇ ਇਸ ਵਕਤ ਦੇ ਵਿੱਚ ਕਾਫੀ ਸਖਤ ਨਜ਼ਰ ਆ ਰਹੀ ਹੈ। ਦੇਖੋ ਸੋਸ਼ਲ ਮੀਡੀਆ ਤੇ ਵੀ ਜਿਹੜੀ ਹੇਟ ਸਪੀਚ ਹੈਗੀ ਆ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ। ਤੁਹਾਡੀ ਉਹ ਪੋਸਟ ਜਿਹੜੀ ਹੈ ਉਸ ਦੀ ਡਿਨਾਇਲ ਆ ਜਾਂਦੀ ਹੈ, ਜਾਂ ਤੁਹਾਡਾ ਪੇਜ ਬਲੌਕ ਹੁੰਦਾ ਹੈ, ਕੁਛ ਨਾ ਕੁਛ ਉਹ ਬਲੌਕ ਕਰ ਦਿੰਦੇ ਨੇ। ਸੋ ਅਜਿਹੇ ਵਿੱਚ ਇੱਥੇ ਸੁਪਰੀਮ ਕੋਰਟ ਨਜ਼ਰ ਆ ਰਹੀ ਹੈ। ਸ਼ੁੱਕਰਵਾਰ ਨੂੰ ਭੜਕਾਊ ਭਾਸ਼ਣ ਨਾਲ ਜੁੜੀਆਂ ਕਈ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਹੋਇਆਂ ਅਦਾਲਤ ਨੇ ਟੀਵੀ ਚੈਨਲਾਂ ਦੇ ਕੰਮ ਤੇ, ਜਿਵੇਂ ਉਹ ਕੰਮ ਕਰ ਰਹੇ ਨੇ ਤੇ ਜਿਸ ਤਰੀਕੇ ਨਾਲ ਕੰਮ ਕਰ ਰਹੇ ਨੇ, ਉਸ ਤੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਚਿੰਤਾ ਜ਼ਾਹਰ ਕੀਤੀ ਅਦਾਲਤ ਨੇ ਕਿਹਾ ਕਿ ਸਭ ਕੁਝ TRP ਤੇ ਚੱਲਦਾ ਹੈ, ਚੈਨਲ ਇੱਕ ਦੂਜੇ ਦਾ ਮੁਕਾਬਲਾ ਕਰ ਰਹੇ ਨੇ। ਅਦਾਲਤ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਨਫ਼ਰਤ ਫੈਲਾਉਣ ਵਾਲੇ ਐਂਕਰਾਂ ਨੂੰ ਆਫ ਏਅਰ ਕੀਤਾ ਜਾਏ, ਬੰਦ ਕਰ ਦਿੱਤਾ ਜਾਏ, ਉਹਨਾਂ ਨੂੰ ਦਿਖਾਉਣ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈਗੀ। ਸੋ ਉਹਨਾਂ ਨੇ ਕਿਹਾ ਮੀਡੀਆ ਸਮਾਜ ਨੂੰ ਵੰਡਣ ਦਾ ਕੰਮ ਕਿਸੇ ਵੀ ਤਰ੍ਹਾਂ ਨਾਲ ਨਹੀਂ ਕਰ ਸਕਦਾ। ਸੋ ਸੁਪਰੀਮ ਕੋਰਟ ਨੇ ਡਾਂਟਿਆ, ਸੁਪਰੀਮ ਕੋਰਟ ਨੇ ਫਟਕਾਰਿਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈਗਾ। ਸੋ ਅੱਗੇ ਚੱਲਦੇ ਹਾਂ। ਸੁਣਵਾਈ ਦੌਰਾਨ ਜਸਟਿਸ ਜੋਸਫ ਨੇ ਕਿਹਾ ਕਿ ਉਹ ਇਸ ਨੂੰ ਸਨਸਨੀਖੇਜ਼ ਬਣਾਉਂਦੇ ਨੇ। ਛੋਟੀ ਜਿਹੀ ਖਬਰ ਹੁੰਦੀ ਹੈ, ਰਾਈ ਦਾ ਪਹਾੜ ਬਣਾ ਦਿੰਦੇ ਨੇ। ਹੈਗੇ ਮੇਰੀ ਹੀ ਕਮਿਊਨਿਟੀ ਦੇ ਲੋਕ ਨੇ, ਪਰ ਮੈਂ ਇਹ ਗੱਲ ਮੰਨਣਾ ਚਾਹਾਂਗੀ, ਇਹ ਗੱਲ ਮੈਂ ਮਤਲਬ ਇਸ ਗੱਲ ਨਾਲ ਸਿਰ ਵੀ ਝੁਕ ਜਾਂਦਾ ਹੈਗਾ ਜਦੋਂ ਨਿੱਕੀ ਜਿਹੀ ਖਬਰ ਦਾ ਉਸ ਨੂੰ ਬਹੁਤ ਵੱਡਾ ਕਰਕੇ ਦਿਖਾ ਦਿੱਤਾ ਜਾਂਦਾ ਹੈ। ਖਬਰ 'ਚ ਕੁਝ ਹੁੰਦਾ ਵੀ ਨਹੀਂ ਤੇ ਜਿਸ ਨਾਲ ਨਫ਼ਰਤ ਵੀ ਫੈਲਦੀ ਹੈ, ਜਿਸ ਨਾਲ ਮਾਹੌਲ ਜਿਹੜਾ ਹੈ ਉਹ ਵੀ ਖਰਾਬ ਹੁੰਦਾ ਹੈਗਾ ਤੇ ਟੈਂਸ ਮਾਹੌਲ ਵੀ ਹੁੰਦਾ ਹੈਗਾ। ਤੁਸੀਂ ਨਜ਼ਰੀਏ ਕਰਕੇ ਸਮਾਜ ਵਿੱਚ ਵੰਡ ਪੈਦਾ ਕਰਦੇ ਹੋਏ, ਉਹਨਾਂ ਨੇ ਕਿਹਾ, ਵਿਜ਼ੂਅਲ ਮਾਧਿਅਮ ਅਖਬਾਰਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਸਾਡੇ ਦਰਸ਼ਕ ਕੀ ਉਹ ਅਜਿਹੀ ਸਮੱਗਰੀ ਨੂੰ ਦੇਖਣ ਲਈ ਇੰਨੇ ਮੈਚੁਰ ਨੇ? ਜਸਟਿਸ ਜੋਸਫ ਨੇ ਨਿਊਜ਼ ਬ੍ਰਾਡਕਾਸਟਰ ਤੇ ਡਿਜੀਟਲ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਪੁੱਛਿਆ ਕਿ ਜੇ ਟੀਵੀ ਪ੍ਰੋਗਰਾਮਸ ਦੇ ਐਂਕਰ ਇਸ ਸਮੱਸਿਆ ਦਾ ਹਿੱਸਾ ਨੇ ਤਾਂ ਕੀ ਕੀਤਾ ਜਾ ਸਕਦਾ ਹੈ? NBSA ਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ, ਜਿਹੜੀ ਬ੍ਰਾਡਕਾਸਟਿੰਗ ਵਾਲੇ ਹੈਗੇ ਨੇ ਉਹਨਾਂ ਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ। ਤੁਸੀਂ ਕਿੰਨੀ ਵਾਰੀ ਐਂਕਰ ਹਟਾਏ ਨੇ? ਕਹਿੰਦੇ ਦੱਸੋ ਤੁਸੀਂ ਕਿੰਨੀ ਵਾਰੀ ਐਂਕਰ ਹਟਾਏ ਨੇ? ਰਿਪੋਰਟਾਂ ਮੁਤਾਬਕ ਮਾਫੀ ਚਾਹਾਂਗੇ, ਉਹਨਾਂ ਅੱਗੇ ਕਿਹਾ ਕਿ ਇੱਕ ਲਾਈਵ ਪ੍ਰੋਗਰਾਮ ਵਿੱਚ ਐਂਕਰ ਪ੍ਰੋਗਰਾਮ ਦੀ ਨਿਰਪੱਖਤਾ ਦੀ ਕੁੰਜੀ ਰੱਖਦਾ ਹੈ। ਜੇ ਐਂਕਰ ਨਿਰਪੱਖ ਨਹੀਂ ਹੈ, ਐਂਕਰ ਇੱਕ ਪਾਸੇ ਨੂੰ ਪੇਸ਼ ਕਰਨਾ ਚਾਹੇਗਾ, ਉਹ ਦੂਜੇ ਪਾਸੇ ਨੂੰ ਚੁੱਪ ਕਰਾ ਦੇਵੇਗਾ, ਕਿਸੇ ਇੱਕ ਪੱਖ ਤੇ ਸਵਾਲ ਨਹੀਂ ਉਠਾਏਗਾ। ਇਹ ਪੱਖਪਾਤ ਦਾ ਪ੍ਰਤੀਕ ਹੈ। ਮੀਡੀਆ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹ ਮਹਾਨ ਸ਼ਕਤੀ ਦੇ ਅਹੁਦੇ ਤੇ ਬਿਰਾਜਮਾਨ ਨੇ, ਜੋ ਕਹਿ ਰਹੇ ਨੇ ਉਸ ਦਾ ਅਸਰ ਪੂਰੇ ਦੇਸ਼ ਤੇ ਪੈਂਦਾ ਹੈ। ਜਸਟਿਸ ਨੇ ਕਿਹਾ ਕਿ ਉਲੰਘਣਾ ਕਰਨ ਵਾਲੇ ਐਂਕਰਾਂ ਨੂੰ ਆਫ ਏਅਰ ਕਰ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਚੈਨਲਾਂ ਤੇ ਭਾਰੀ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਜੋ ਪ੍ਰੋਗਰਾਮ ਕੋਡ ਦੀ ਉਲੰਘਣਾ ਕਰ ਰਹੇ ਨੇ। ਸੋ ਸਾਫ਼ ਇਹ ਗੱਲ ਜਿਹੜੀ ਹੈ ਉਹ ਉਹਨਾਂ ਨੇ ਕਹੀ ਹੈਗੀ ਆ। ਇਹ ਗੱਲ ਜਿਹੜੀ ਹੈ ਉਹਨਾਂ ਨੇ ਕਹੀ ਆ ਕਿ ਇਹ ਬਰਦਾਸ਼ਤ ਤੋਂ ਬਾਹਰ ਹੈ। ਦੇਖੋ ਮੀਡੀਆ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ, ਮੀਡੀਆ ਦੀ ਰਿਸਪੌਂਸਿਬਿਲਿਟੀ ਬਹੁਤ ਵੱਡੀ ਆ। ਮੀਡੀਆ ਜੋ ਦਿਖਾਉਂਦਾ ਹੈ ਬਹੁਤ ਸਾਰੇ ਲੋਕ ਉਸ ਨੂੰ ਸੱਚ ਮੰਨਦੇ ਨੇ, ਬੱਚੇ, ਬਜ਼ੁਰਗ, ਤੀਵੀਆਂ ਸਾਰੇ ਉਸ ਨੂੰ ਸੱਚ ਮੰਨਦੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੀਡੀਆ ਦੇ ਉੱਤੇ ਸਾਡਾ ਵਿਸ਼ਵਾਸ ਉੱਠ ਗਿਆ, ਅਸੀਂ ਹੁਣ ਕਾਰਟੂਨ ਦੇਖਣਾ ਪਸੰਦ ਕਰ ਲਾਂਗੇ, ਅਸੀਂ ਨਿਊਜ਼ ਚੈਨਲ ਨਹੀਂ ਦੇਖਦੇ ਹੈਗੇ। ਸੋ ਅਜਿਹੇ ਵਿੱਚ ਅੱਖਾਂ ਝੁਕਦੀਆਂ ਨੇ ਜੀ, ਅੱਖਾਂ ਝੁਕਦੀਆਂ ਨੇ
ਜ਼ਾਹਰ ਤੌਰ ਤੇ ਸਾਨੂੰ ਆਪਣਾ ਆਪ ਵੀ ਖਤਰੇ ਦੇ ਵਿੱਚ ਨਜ਼ਰ ਆਉਂਦਾ ਹੈ। ਪਰ ਜਿਵੇਂ ਤੁਸੀਂ ਇਹ ਸ਼ੋਅ ਦੇਖ ਰਹੇ ਹੋ, ਤੁਸੀਂ ਦ ਬੈਨੀਪਾਲ ਸ਼ੋਅ ਦੇਖ ਰਹੇ ਹੋ, ਇਸ ਦੇ ਵਿੱਚ ਕੋਸ਼ਿਸ਼ ਹਮੇਸ਼ਾ ਇਹੀ ਕੀਤੀ ਜਾਂਦੀ ਹੈ ਕਿ ਜਿਹੜੀ ਖਬਰ ਹੋਏ ਅਨਫਿਲਟਰਡ ਤਰੀਕੇ ਨਾਲ ਤੁਹਾਨੂੰ ਉਹੀ ਦਿਖਾਈ ਜਾਏ। ਬੈਨੀਪਾਲ ਸਾਹਿਬ ਵੀ ਇਹੀ ਕਰਦੇ ਨੇ ਤੇ ਮੈਂ ਵੀ ਅੱਗੋਂ ਇਹੀ ਕਰ ਰਹੀ ਹਾਂ। ਭਾਵੇਂ ਅੱਜ ਤੁਹਾਨੂੰ ਆਖਰੀ ਵਾਰ ਮੈਂ ਮਿਲ ਰਹੀ ਹਾਂ ਇਸ ਸ਼ੋਅ ਦੇ ਵਿੱਚ, ਘੱਟੋ ਘੱਟ ਇਸ ਸਾਲ ਲਈ ਤਾਂ, ਪਰ ਪਤਾ ਨਹੀਂ, ਜਾਣਦੇ ਨਹੀਂ ਕਿ ਇਹ ਨਫ਼ਰਤ ਫੈਲਾਉਣਾ ਜਿਹੜਾ ਹੈ ਕਿਤੇ ਨਾ ਕਿਤੇ ਬੈਕਫਾਇਰ ਵੀ ਕਰ ਜਾਂਦਾ ਹੁੰਦਾ ਹੈ, ਜਿਹਦਾ ਅੰਜਾਮ ਬਹੁਤ ਬੁਰੇ ਹੋ ਸਕਦੇ ਨੇ। ਘਰਾਂ ਦੇ ਘਰ ਤਬਾਹ ਕਰ ਦਿੰਦੇ ਨੇ ਇਹ ਮੀਡੀਆ ਵਾਲੇ, ਘਰਾਂ ਦੇ ਘਰ। ਸੋ ਅਜਿਹੇ ਵਿੱਚ ਜ਼ਰੂਰੀ ਹੈ ਕਿ ਅਸੀਂ ਕੀ ਦੇਖਣਾ ਹੈ ਇਹ ਅਸੀਂ ਵੀ ਚੁਣੀਏ, ਤੇ ਜਿਹੜੇ ਨਿਊਜ਼ ਐਂਕਰਸ ਹੈਗੇ ਨੇ, ਰਿਪੋਰਟਰਸ ਹੈਗੇ ਨੇ, ਇਹ ਵੀ ਆਪਣੀ ਮਰਿਆਦਾ ਵਿੱਚ ਰਹਿਣ, ਨਹੀਂ ਤੇ ਆਉਣ ਵਾਲਾ ਵਕਤ ਜਿਹੜਾ ਹੈ ਉਹ ਖਰਾਬ ਹੋ ਸਕਦਾ ਹੈਗਾ। ਸੋ ਹੁਣ ਆਪਾਂ ਇੱਕ ਖਬਰ ਦੀ ਗੱਲ ਕਰਨੀ, ਤੁਹਾਨੂੰ ਕਿਹਾ ਸੀ ਜਾਂਦੇ ਜਾਂਦੇ ਤੁਹਾਨੂੰ ਇੱਕ ਅਜਿਹੀ ਖਬਰ ਦੱਸਾਂਗੀ ਜਿਹਨੂੰ ਕਿ ਸੁਣ ਕੇ ਤੁਹਾਨੂੰ ਸਮਝ ਨਹੀਂ ਆਏਗੀ ਕਿ ਤੁਸੀਂ ਹੱਸੋ, ਤੁਸੀਂ ਚਿੰਤਾ ਚ ਆਵੋ, ਸਮਝ ਨਹੀਂ ਆਏਗੀ ਤੁਹਾਨੂੰ ਕਰਨਾ ਕੀ ਹੈਗਾ। ਇੱਕ 8ਵੀਂ ਪਾਸ ਵਿਅਕਤੀ ਜਿਹੜਾ ਹੈ ਉਹ ਘਰ ਦੇ ਵਿੱਚ ਹੀ ਜੁਗਾੜ ਲਾ ਲੈਂਦਾ ਹੈ, ਤੇ ਉਸ ਜੁਗਾੜ ਦੇ ਨਾਲ, ਉਸ ਮਸ਼ੀਨ ਦੇ ਨਾਲ ਉਹ ਲੱਖਾਂ ਦੇ ਨੋਟ ਛਾਪਦਾ ਹੈ। ਘਰ ਦੇ ਵਿੱਚ ਹੀ ਨੋਟ ਛਾਪਣ ਵਾਲੀ ਮਸ਼ੀਨ ਨੂੰ ਲਗਾ ਲੈਂਦਾ ਹੈ। ਉਸਦੇ ਕੋਲੋਂ ਪ੍ਰਿੰਟਰ ਤੇ ਕਟਰ ਤੇ ਪਤਾ ਨਹੀਂ ਕਿਹੜੀਆਂ ਇੰਕਸ ਜਿਹੜੀਆਂ ਨੇ ਉਹ ਘਰੋਂ ਮਿਲਦੀਆਂ ਨੇ, ਤੇ ਉਹ ਇੰਟਰਨੈਟ ਤੋਂ ਸਿੱਖਦਾ ਹੈ। ਇੰਟਰਨੈਟ ਤੋਂ ਸਿੱਖਦਾ ਹੈ ਕਿ ਕੀ ਕਰਨਾ ਹੈ। ਇੰਟਰਨੈਟ ਤੋਂ ਸਿੱਖ ਕੇ ਉਹ ਮਸ਼ੀਨ ਤਿਆਰ ਕਰਕੇ ਨੋਟ ਜਿਹੜਾ ਹੈ ਉਹ ਬਣਾ ਲੈਂਦਾ ਹੈ, ਤੇ ਘਰ ਦੇ ਵਿੱਚ ਹੀ ਇਹ ਮਸ਼ੀਨ ਉਸਨੇ ਲਗਾਈ ਹੁੰਦੀ ਹੈ। ਤੇ ਸਭ ਤੋਂ ਵੱਡੀ ਗੱਲ ਪਤਾ ਕੀ, ਉਹਨਾਂ ਨੋਟਾਂ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਨੋਟ ਜਿਹੜੇ ਨੇ ਉਹ ਅਸਲੀ ਨੇ ਕਿ ਨਕਲੀ ਨੇ। ਕੋਈ ਕਹਿ ਹੀ ਨਹੀਂ ਸਕਦਾ ਉਹਨਾਂ ਨੋਟਾਂ ਨੂੰ ਦੇਖ ਕੇ। ਸੋ ਇਹ ਕੀ ਮਾਮਲਾ ਹੈ ਇਹ ਅਸੀਂ ਤੁਹਾਨੂੰ ਦੱਸ ਦਿੰਨੇ ਆ। ਇਹ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਨਕਲੀ ਨੋਟ ਛਾਪਣ ਦਾ ਕੰਮ ਕਰਦਾ ਸੀ। ਦਰਅਸਲ ਧਾਰੀਵਾਲ ਦੇ ਇੱਕ 8ਵੀਂ ਜਮਾਤ ਮੈਂ ਤੁਹਾਨੂੰ ਪਾਸ ਕਿਹਾ ਸੀ, 8ਵੀਂ ਜਮਾਤ ਫੇਲ ਹੈ। 8ਵੀਂ ਜਮਾਤ ਫੇਲ ਵਿਅਕਤੀ ਜਿਹੜਾ ਹੈ ਉਸਨੇ ਕਰੀਬ 2 ਲੱਖ ਰੁਪਏ ਦੀ ਕਰੰਸੀ ਜਿਹੜੀ ਹੈ ਉਹ ਘਰ ਹੀ ਛਾਪ ਲਈ ਸੀ। ਤੇ ਨਕਲੀ ਨੋਟਾਂ ਦੇ ਬਾਰੇ ਵਿੱਚ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਮੁਲਜ਼ਮ ਵਿਅਕਤੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈਗੀ ਆ। ਜਦੋਂ ਮਿਲੇ ਇਸ ਨੂੰ, ਜਦੋਂ ਨਾਕੇ ਤੇ ਰੋਕਿਆ ਗਿਆ ਤੇ ਇਸ ਕੋਲ ਬਰਾਮਦਗੀ ਵੀ ਹੋਈ ਆ। ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਪਾਲ ਨੇ ਦੱਸਿਆ ਕਿ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਹੀ ਇਹ ਪੂਰੀ ਕਾਰਵਾਈ ਕੀਤੀ ਗਈ ਤੇ ਜਦੋਂ ਚੈਕਿੰਗ ਕੀਤੀ ਗਈ ਤੇ 2 ਲੱਖ ਰੁਪਏ ਜਿਹੜੇ ਹੈ ਉਹ ਜਾਲੀ ਭਾਰਤੀ ਕਰੰਸੀ ਮਿਲੀ ਤੇ ਫਿਰ ਘਰ ਗਏ ਤੇ ਨੋਟ ਛਾਪਣ ਦਾ ਸਾਰਾ ਸਮਾਨ ਜਿਹੜਾ ਹੈ ਉਹ ਮਿਲਿਆ। ਸੋ ਇਹ ਪੂਰੀ ਦੀ ਪੂਰੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈਗੀ ਆ। ਜੇ ਇਹਨਾਂ ਦਿਮਾਗ ਕਿਤੇ ਪੜ੍ਹਨ ਲਿਖਣ ਚ ਲਾ ਦਿੱਤਾ ਹੁੰਦਾ ਤਾਂ ਅੱਜ ਇਹ ਕਰਨ ਦੀ ਲੋੜ ਨਹੀਂ ਪੈਂਦੀ। ਸੋ ਡੀਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਤਾਂ ਸੁਣੋ ਕੀ ਮਿਲਿਆ। ਇੱਕ ਤੇ 1,94,300 ਰੁਪਏ ਜਾਲੀ ਭਾਰਤੀ ਕਰੰਸੀ, ਜਾਲੀ ਪ੍ਰਿੰਟਰ, 4 ਸਿਆਹੀਆਂ, ਇੱਕ ਟੇਪ, ਚਿੱਟੇ ਕਾਗਜ਼ਾਤ ਸਣੇ ਕੱਟੇ ਕਾਗਜ਼, ਕੈਂਚੀ, ਲੋਹਾ, ਫੁੱਟਾ ਲੋਹਾ, ਪੁਰਾਣਾ ਗੱਤਾ, ਕਟਰ ਬਰਾਮਦ ਕੀਤਾ ਗਿਆ। ਸੋ 100 ਦੇ 298 ਨੋਟ, ਕੁੱਲ 29,800 ਜਾਲੀ ਭਾਰਤੀ ਕਰੰਸੀ ਬਰਾਮਦ ਹੋਈ। ਜਿਹੜੀ ਇਹ 100 ਵਾਲੀ ਹੋਈ ਉਹ ਉਸ ਦੀ ਗੱਲ ਹੋ ਰਹੀ ਹੈਗੀ ਆ। ਸੋ 500 ਦੇ ਵੀ 37 ਨੋਟ ਮਿਲੇ, 18,500 ਰੁਪਏ ਬਣ ਗਏ, 2,000 ਦੇ 73 ਨੋਟ ਮਿਲੇ, ਜਿਹੜੇ 1,40,000 ਰੁਪਏ ਬਣ ਗਏ। ਸੋ ਇਹ ਸਾਰੀ ਦੀ ਸਾਰੀ ਜਾਲੀ ਕਰੰਸੀ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਆ। ਸੋ ਤੁਸੀਂ ਆਪ ਸੋਚੋ ਕਿ ਕਿੰਨਾ ਕੁ ਜ਼ਿਆਦਾ ਨਟਵਰ ਲਾਲ ਹੋਣਾ ਤੇ ਕਿਸ ਤਰੀਕੇ ਦਾ ਇਹ ਹੋਣਾ ਹੈ ਨਾ। ਇੱਥੇ ਹੁਣੇ ਬਾਹਰ ਪਟਾਕੇ ਵੱਜ ਰਹੇ ਸੀ, ਪਤਾ ਨਹੀਂ ਲੋਹੜੀ ਦੇ ਲੋਕੀ ਪਟਾਕੇ ਕਿਉਂ ਵਜਾਉਂਦੇ ਹੈਗੇ ਆ, ਗੱਲ ਸਮਝ ਨਹੀਂ ਆਉਂਦੀ ਹੈਗੀ। ਤੇ ਹੁਣ ਆਪਾਂ ਨੇ ਜਾਣਾ ਆ ਤੇ ਇਹ ਜਿਹੜੀ ਰੁਖਸਤਗੀ ਹੈਗੀ ਆ, ਆਪਾਂ ਮਿਲਾਂਗੇ ਫੇਰ ਛੇਤੀ ਕਿਤੇ ਜ਼ਰੂਰ ਮਿਲਾਂਗੇ। ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ। ਸਾਂਝ ਜਿਹੜੀ ਅਸੀਂ ਮਹੀਨੇ ਤੋਂ ਬਣਾਈ ਆ ਉਹ ਸਾਂਝ ਨੂੰ ਵਿਰਾਮ ਕਹਿ ਲਈਏ ਜਾਂ ਆਰਾਮ ਕਹਿ ਲਈਏ, ਆਰਾਮ ਮਿਲ ਰਿਹਾ। ਕਦੀ ਕਦੀ ਮੈਂ ਬੈਨੀਪਾਲ ਸਾਹਿਬ ਨੂੰ ਕਹੂੰਗੀ ਕਿ ਵਿੱਚ ਨੂੰ ਕਦੀ ਮੈਨੂੰ ਇੱਕ ਅੱਧਾ ਸ਼ੋਅ ਕਰਨ ਦਿਆ ਕਰੋ, ਪਰ ਬਾਕੀ ਉਹਨਾਂ ਦਾ ਸ਼ੋਅ ਤੇ ਉਹਨਾਂ ਦਾ ਜਿਹੜਾ ਤਰੀਕਾ ਤੇ ਉਹਨਾਂ ਦਾ ਸ਼ੋਅ ਕਰਨ ਦਾ ਨਜ਼ਰੀਆ ਹੈ ਬੜਾ ਹੀ ਬਾਕਮਾਲ ਹੈਗਾ। ਤੇ ਜਿਹੜੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ ਉਹ ਉਹਨਾਂ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਨੇ, ਤੇ ਇਹ ਬਹੁਤ ਹੀ ਉਮਦਾ ਗੱਲ ਹੈਗੀ ਆ, ਬਹੁਤ ਹੀ ਵਧੀਆ ਗੱਲ ਹੈਗੀ ਆ। ਮੇਰਾ ਤੁਹਾਡੇ ਨਾਲ ਸਫ਼ਰ ਬਹੁਤ ਖੂਬਸੂਰਤ ਰਿਹਾ, ਮੇਰਾ ਤੁਹਾਡੇ ਨਾਲ ਸਫ਼ਰ ਬਹੁਤ ਵਧੀਆ ਰਿਹਾ। ਹਾਲਾਂਕਿ ਖਬਰਾਂ ਜਿਹੜੀਆਂ ਵੀ ਤੁਹਾਨੂੰ ਦੱਸੀਆਂ ਜ਼ਿਆਦਾ ਉਸ 'ਚ ਨੈਗੇਟਿਵ ਖਬਰਾਂ ਹੀ ਰਹੀਆਂ, ਪਰ ਫਿਰ ਵੀ
एनालिसिस ज़रूर कीता ताकि ज़माना, दुनिया, लोग इस ਤੋਂ ਸੇਧ ਜ਼ਰੂਰ ਰਹਿ ਸਕਣ ਕਿਉਂਕਿ ਭਾਸ਼ਣ ਦੇਣਾ, ਬਹਿਣਾ ਤੇ ਖੋਲ੍ਹਣਾ ਕੈਮਰਾ ਤੇ ਗੱਲਾਂ ਕਰਨੀਆਂ ਇਹ ਤਾਂ ਬਹੁਤ ਸੌਖਾ ਹੈ ਹੀ ਆ। ਪਰ ਇਸ ਦਰਮਿਆਨ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਵੀ ਹੋ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਆਪਸ ਦੇ ਵਿੱਚ ਕਰਦੇ ਹੈਗੇ ਆ, ਹੈ ਨਾ? ਜਿਹੜਾ ਕਿ ਇੱਕ ਦੂਜੇ ਦੇ ਨਾਲ ਸਾਡੀ ਆਪਣੀ ਸਾਂਝ ਪੈਂਦੀ ਹੈਗੀ ਆ। ਅਸੀਂ ਇੱਕ ਦੂਜੇ ਦੀ ਨੇਚਰ ਨੂੰ ਜਾਣਦੇ ਹੈਗੇ ਆ। ਮੇਰੀਆਂ ਗੱਲਾਂ, ਮੇਰੀਆਂ ਖਬਰਾਂ ਸੁਣ ਕੇ ਤੁਸੀਂ ਜਾਣਦੇ ਹੈਗੇ ਹੋ, ਤੁਹਾਡੇ ਕਮੈਂਟਸ ਪੜ੍ਹ ਕੇ ਮੈਂ ਜਾਣਦੀ ਹੈਗੀ ਹਾਂ। ਸੋ ਅੱਜ ਲਈ ਇੰਨਾ ਹੀ ਤੇ ਅੱਗੇ ਉਹੀ ਕਵਾਂਗੇ ਕਿ ਜ਼ਿੰਦਗੀ ਬਰਕਰਾਰ ਰਹੇ ਤੇ ਸਾਰਾ ਕੁਛ ਗੁਲਜ਼ਾਰ ਰਹੇ। ਤੁਸੀਂ ਹਮੇਸ਼ਾ, ਹਮੇਸ਼ਾ ਜਦੋਂ ਵੀ ਯਾਦ ਕਰੋ ਤੇ ਇਹੀ ਕਰਕੇ ਯਾਦ ਕਰੋ ਕਿ ਪੁਨੀਤ ਹੁੰਦੀ ਸੀ, ਵਧੀਆ ਖਬਰਾਂ ਦਿੰਦੀ ਹੁੰਦੀ ਸੀ, ਵਧੀਆ ਇਨਫੋਰਮੇਸ਼ਨ ਦਿੰਦੀ ਹੁੰਦੀ ਸੀ ਤੇ ਮੈਂ ਵੀ ਤੁਹਾਡੇ ਸਾਰਿਆਂ ਨੂੰ ਬਹੁਤ ਯਾਦ ਕਰੂੰਗੀ। ਆਪਣਾ ਬਹੁਤ, 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 ਬਹੁਤ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।